ਅੱਜ ਅਸੀਂ ਗੱਲ ਕਰਾਂਗੇ ਗੱਲ ਅਸੀਂ ਪਲਾਜ਼ਮਾ ਬੈਂਕ ਦੇ ਉੱਤੇ ਕਰਾਂਗੇ ਕਿ ਵਾਕਈ ਪਲਾਜ਼ਮਾ ਬੈਂਕ ਨੂੰ ਲੈ ਕੇ ਜੋ ਇਸ ਸਮੇਂ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਉਸ ਦੇ ਮਾਇਨੇ ਕੀ ਨੇ। ਇਸ ਪੂਰੀ ਸਿਆਸਤ ਦੇ ਵਿਚਾਲੇ ਸਰਕਾਰ ਅੱਗੇ ਕੀ ਕੁਝ ਕਰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਤਾਂ ਹਮਲਾਵਰ ਹੈ ਤੇ ਇਸ ਵਿਚਾਲੇ ਜ਼ਿਕਰ ਅਸੀਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਨੁਮਾਇੰਦੇ ਹੋਣਗੇ, ਸਰਕਾਰ ਦੇ ਨੁਮਾਇੰਦੇ ਵੀ ਜੁੜਨਗੇ। ਅਸੀਂ ਸਿਹਤ ਮੰਤਰੀ ਤੋਂ ਬਹੁਤ ਸਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਜ਼ਰੂਰ ਕਿਹਾ ਕਿ ਕਿਸੇ ਤੋਂ ਅਸੀਂ ਪੈਸੇ ਨਹੀਂ ਵਸੂਲ ਰਹੇ ਹਾਂ, ਲਾਗਤ ਦਾ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਹੈ। ਤੇ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਸਰਕਾਰ ਦੀ ਅੱਗੇ ਦੀ ਰਣਨੀਤੀ ਕੀ ਹੋਵੇਗੀ ਕਿ ਪਲਾਜ਼ਮਾ ਬੈਂਕ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਣਾਉਣ ਦੀ ਜ਼ਰੂਰਤ ਹੈ, ਕਿ ਵੱਖ-ਵੱਖ ਥਾਵਾਂ ਦੇ ਉੱਤੇ ਪਲਾਜ਼ਮਾ ਬੈਂਕ ਬਣਾਉਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਕਿਉਂਕਿ ਮਾਮਲੇ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੇ ਜ਼ਿਆਦਾ ਸਾਹਮਣੇ ਆਏ ਨੇ। ਮੈਂ ਖਾਸ ਗੱਲ ਕਰਾਂ ਪਿਛਲੇ ਇੱਕ ਹਫ਼ਤੇ ਦੀ, ਔਰ ਇਹ ਵੱਧਦੀ ਤਾਦਾਦ ਪੰਜਾਬ ਦੇ ਵਿੱਚ ਵੀ ਹੁਣ 500 550 ਤੱਕ ਪਹੁੰਚ ਚੁੱਕੀ ਹੈ। ਡੇਲੀ ਕੇਸਿਸ 500 550 ਆ ਰਹੇ ਨੇ ਤੇ ਦੂਜੇ ਪਾਸੇ ਮੈਂ ਪੂਰੀ ਦੇਸ਼ ਦੀ ਗੱਲ ਕਰਾਂ ਤਾਂ ਰਿਕਾਰਡ ਤੇ ਰਿਕਾਰਡ ਬਣ ਰਹੇ ਨੇ। 50,000 ਤੋਂ ਜ਼ਿਆਦਾ ਵੀ ਮਾਮਲੇ ਸਾਹਮਣੇ ਆ ਗਏ, 52,000 ਦੇ ਕਰੀਬ ਮਾਮਲੇ ਰਿਪੋਰਟ ਕਰ ਲਏ ਗਏ ਤੇ ਇਸ ਵਿਚਾਲੇ ਪਲਾਜ਼ਮਾ ਬੈਂਕ ਦੇ ਵੱਲ ਨਜ਼ਰਾਂ ਤਾਂ ਬਹੁਤ ਨੇ, ਕਿਉਂਕਿ ਦੇਖੋ ਕੋਰੋਨਾ ਦੀ ਕੋਈ ਦਵਾਈ ਹੁਣ ਤੱਕ ਨਹੀਂ ਬਣੀ। ਇੱਕ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ, ਜਿਹੜੇ ਬਹੁਤ ਕ੍ਰਿਟੀਕਲ ਕੰਡੀਸ਼ਨ 'ਚ ਪਹੁੰਚ ਜਾਂਦੇ ਨੇ ਜਾਂ ਕਹੀਏ ਕਿ ਐਸੀ ਸਟੇਜ ਦੇ ਉੱਤੇ ਹੁੰਦੇ ਨੇ ਜਿੱਥੋਂ ਵਾਪਸ ਆ ਸਕਦੇ ਨੇ ਜਾਂ ਠੀਕ ਹੋ ਸਕਦੇ ਨੇ, ਤਾਂ ਪਲਾਜ਼ਮਾ ਥੈਰੇਪੀ ਨੂੰ ਕਿਹਾ ਜਾ ਰਿਹਾ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾ ਸਕਦੀ ਹੈ ਤੇ ਇਸ ਦੇ ਉੱਤੇ ਹੀ ਅਸੀਂ ਗੱਲ ਕਰਾਂਗੇ। ਪਲਾਜ਼ਮਾ ਥੈਰੇਪੀ ਦੇ ਉੱਤੇ ਹੀ ਅਸੀਂ ਅੱਜ ਚਰਚਾ ਕਰਾਂਗੇ। ਮਹਿਮਾਨ ਸਾਡੇ ਨਾਲ ਵੱਖ-ਵੱਖ ਪਾਰਟੀਆਂ ਤੋਂ ਜੁੜਨਗੇ ਤੇ ਸਵਾਲ ਅਸੀਂ ਸਰਕਾਰ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਜਿਸ ਦੌਰ ਦੇ ਵਿੱਚੋਂ ਇਸ ਸਮੇਂ ਪੰਜਾਬ ਲੰਘ ਰਿਹਾ ਹੈ ਕਿ ਵਾਕਈ ਇਹ ਅਜਿਹੀ ਨੀਤੀ ਦੀ ਕੋਈ ਜ਼ਰੂਰਤ ਹੈ, ਅਜਿਹੀ ਨੀਤੀ ਹੋਣੀ ਚਾਹੀਦੀ ਸੀ। ਇਸ ਦੇ ਉੱਤੇ ਹੀ ਚਰਚਾ ਕਰਾਂਗੇ। ਮਹਿਮਾਨ ਸਾਡੇ ਨਾਲ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਦੇ ਜੁੜ ਰਹੇ ਨੇ। ਮੈਂ ਤੁਹਾਡੇ ਨਾਲ ਤਾਰਫ ਕਰਵਾ ਦਵਾਂ ਅੱਜ ਜਿਹੜੇ ਮਹਿਮਾਨ ਸਾਡੇ ਨਾਲ ਨੇ। ਇਸ ਤੋਂ ਪਹਿਲਾਂ ਸਾਡੇ ਨਾਲ ਭਗਵੰਤ ਮਾਨ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ, ਪੰਜਾਬ ਦੇ ਸੰਗਰੂਰ ਤੋਂ ਐਮਪੀ ਵੀ ਨੇ। ਮਾਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਇਸ ਦੇ ਨਾਲ ਹੀ ਸਾਡੇ ਨਾਲ ਕੈਪਟਨ ਸੰਦੀਪ ਸੰਧੂ ਜੁੜ ਰਹੇ ਨੇ, ਸਿਆਸੀ ਸਲਾਹਕਾਰ ਨੇ ਮੁੱਖ ਮੰਤਰੀ ਪੰਜਾਬ ਦੇ। ਸੰਧੂ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਮਨੋਰੰਜਨ ਕਾਲੀਆ ਜੀ ਜੁੜ ਰਹੇ ਨੇ, ਸੀਨੀਅਰ ਬੀਜੇਪੀ ਆਗੂ ਨੇ, ਸਾਬਕਾ ਕੈਬਨਿਟ ਮੰਤਰੀ ਨੇ। ਕਾਲੀਆ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਮਾਨ ਸਾਹਿਬ ਤੁਹਾਡੇ ਤੋਂ ਹੀ। ਇਲਜ਼ਾਮ ਤੁਸੀਂ ਲਗਾ ਰਹੇ ਹੋ, ਤੁਹਾਨੂੰ ਲੱਗਦਾ ਕਿ ਨੀਤੀ ਗੜਬੜ ਹੈ ਕਿ ਵਾਕਈ ਇਸ ਦੇ ਉੱਤੇ ਸਰਕਾਰ ਬਹੁਤ ਗੰਭੀਰਤਾ ਦੇ ਨਾਲ ਸੋਚੇ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਫੈਸਲੇ ਲੈਣ ਕਿ ਪ੍ਰਾਈਵੇਟ ਹਸਪਤਾਲ ਜਾਂ ਫਿਰ ਸਰਕਾਰੀ ਹਸਪਤਾਲ ਦੇ ਮਰੀਜ਼ ਅਲੱਗ ਤਾਂ ਹੋ ਨਹੀਂ ਸਕਦੇ? ਮਾਨ ਸਾਹਿਬ जी मेरे को आवाज नहीं आ रही, कोई टेक्निकल इशू है जी। मेरी आवाज पहुंच रही है ਤੁਹਾਡੇ ਕੋਲ? हेलो मान साहब आवाज आ रही है मेरी? ठीक है, ਅਸੀਂ ਮਾਨ ਸਾਹਿਬ ਦੇ ਨਾਲ ਕੰਟੈਕਟ ਕਰਨ ਦੀ ਦੁਬਾਰਾ ਕੋਸ਼ਿਸ਼ ਕਰਦੇ ਹਾਂ। ਭਗਵੰਤ ਮਾਨ ਸਾਡੇ ਨਾਲ ਜੁੜੇ ਹੋਏ ਨੇ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ। ਮੈਂ ਸੰਦੀਪ ਸੰਧੂ ਜੀ ਦਾ ਰੁਖ ਕਰਦਾ। ਸੰਧੂ ਸਾਹਿਬ, ਵਿਰੋਧੀ ਸਵਾਲ ਚੁੱਕ ਰਹੇ ਨੇ ਇਸ ਪੂਰੀ ਨੀਤੀ ਦੇ ਉੱਤੇ ਪਲਾਜ਼ਮਾ ਬੈਂਕ ਨੂੰ ਲੈ ਕੇ, ਤੇ ਇਹ ਵੀ ਕਹਿ ਰਹੇ ਨੇ ਕਿ ਇਸ ਸਮੇਂ ਤਾਂ ਬਹੁਤ ਕ੍ਰਾਈਸਿਸ ਦੇ ਵਿੱਚੋਂ ਪੂਰੇ ਲੋਕ ਲੰਘ ਰਹੇ ਨੇ। ਇੱਕ ਪਾਸੇ ਅਸੀਂ ਰੋਜ਼ਗਾਰ ਬੰਦ ਕਰ ਦਿੱਤੇ, ਲਾਕਡਾਊਨ ਦੀ ਵਜ੍ਹਾ ਨਾਲ ਲੋਕ ਪ੍ਰਭਾਵਿਤ ਹੋਏ ਨੇ, ਤਾਂ ਕਿ ਵਾਕਈ ਅਜਿਹੀ ਨੀਤੀ ਦੀ ਜ਼ਰੂਰਤ ਹੈ? ਗੌਰਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਔਰ ਜਿਹੜੇ ਦੂਸਰੀ ਪਾਰਟੀ ਤੋਂ ਸੀਨੀਅਰ ਲੀਡਰ ਜੁੜੇ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਇਸ਼ੂ ਹੈ ਪਲਾਜ਼ਮਾ ਬੈਂਕ ਨੂੰ ਲੈ ਕੇ ਅੱਜ ਤੁਸੀਂ ਗੱਲ ਕੀਤੀ ਹੈਗੀ ਹੈ। ਪੰਜਾਬ ਦੇ ਵਿੱਚ ਜਿਹੜਾ ਪਲਾਜ਼ਮਾ ਬੈਂਕ ਪਹਿਲਾਂ ਸਥਾਪਿਤ ਹੋਇਆ ਉਹ ਪਟਿਆਲਾ ਮੈਡੀਕਲ ਕਾਲਜ ਵਿੱਚ ਹੋਇਆ। ਇਸ ਤੋਂ ਬਾਅਦ ਸੀਐਮ ਸਾਹਿਬ ਨੇ ਅੰਮ੍ਰਿਤਸਰ ਤੇ ਫਰੀਦਕੋਟ ਮੈਡੀਕਲ ਕਾਲਜ ਦੀ ਜਿਹੜੀ ਤਜਵੀਜ਼ ਆਈ ਸੀ ਹੈਲਥ ਡਿਪਾਰਟਮੈਂਟ ਵੱਲੋਂ ਉੱਥੇ ਪਲਾਜ਼ਮਾ ਬੈਂਕ ਖੋਲ੍ਹਣ ਦੀ, ਉਸ ਨੂੰ ਪਾਸ ਕਰ ਦਿੱਤਾ ਹੈ। ਔਰ ਅੱਜ ਇੱਕ ਹੋਰ ਮੈਂ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਆਪਾਂ ਅੱਜ ਮੁੱਦਾ ਲੈ ਕੇ ਚੱਲੇ ਆ ਉਸ ਤੇ ਹੁਣੇ ਕੁਝ ਦੇਰ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਪਲਾਜ਼ਮਾ ਬੈਂਕ ਤੋਂ ਜਿਹੜਾ ਵੀ ਕੋਈ ਪ੍ਰਾਈਵੇਟ ਹਸਪੀਟਲ ਥੈਰੇਪੀ ਲਈ ਲੈ ਕੇ ਜਾਊਗਾ ਪਲਾਜ਼ਮਾ, ਉਸ ਤੋਂ ਕੋਈ ਪੈਸੇ ਨਹੀਂ ਲਿੱਤੇ ਜਾਣਗੇ। ਭਾਵੇਂ ਕੋਈ ਗਵਰਨਮੈਂਟ ਹਸਪੀਟਲ 'ਚ ਇਲਾਜ ਕਰਾਵੇ, ਭਾਵੇਂ ਕੋਈ ਮੈਡੀਕਲ ਕਾਲਜ ਕਰਾਵੇ, ਭਾਵੇਂ ਕੋਈ ਆਪਣਾ ਪ੍ਰਾਈਵੇਟ ਹਸਪੀਟਲ 'ਚ ਕਰਵਾਵੇ, ਜਿਹੜਾ ਪਲਾਜ਼ਮਾ ਥੈਰੇਪੀ ਹੈ ਉਹ ਫ੍ਰੀ ਆਫ ਕਾਸਟ ਹੈ। ਉਸ ਦਾ ਜਿਹੜਾ ਕੋਈ ਖਰਚਾ ਹੈਗਾ ਉਹ ਸਰਕਾਰ ਹੀ ਬੇਅਰ ਕਰੂਗੀ। ਜਦੋਂ ਵੀ ਆਪਾਂ ਪਲਾਜ਼ਮਾ ਥੈਰੇਪੀ ਜਾਂ ਪਲਾਜ਼ਮਾ ਐਕਸਟ੍ਰੈਕਸ਼ਨ ਕਰਦੇ ਹਾਂ ਗੌਰਵ ਜੀ, ਉਸ ਤੇ ਖਰਚੇ ਆਉਂਦੇ ਆ, ਟੈਸਟ ਵਗੈਰਾ ਹੁੰਦੇ ਆ, ਜਿਹੜਾ ਇੱਕ ਟੋਟਲ ਜਿਹੜਾ ਖਰਚਾ ਉਹ ਲਗਭਗ 18 ਤੋਂ 20 ਹਜ਼ਾਰ ਦਾ ਹੁੰਦਾ ਹੈ। ਉਹ ਸਰਕਾਰ ਆਪਦੇ ਸਿਰ ਤੇ ਲੈਣ ਜਾ ਰਹੀ ਹੈ ਔਰ ਇਹ ਜਿਹੜੀ ਥੈਰੇਪੀ ਹੈਗੀ ਹੈ ਇਹ ਪੂਰੀ ਮੁਫਤ ਪ੍ਰਦਾਨ ਕੀਤੀ ਜਾਊਗੀ ਪੇਸ਼ੈਂਟ ਨੂੰ। ਠੀਕ ਹੈ ਸੰਧੂ ਸਾਹਿਬ, ਮੈਂ ਥੋੜਾ ਹੋਰ ਕਲੀਅਰ ਕਰ ਲਵਾਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਮਤਲਬ ਕਿ ਕੋਈ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਪ੍ਰਾਈਵੇਟ ਹਸਪੀਟਲ ਜਾ ਕੇ ਪਲਾਜ਼ਮਾ ਬੈਂਕ ਦੇ ਨਾਲ ਗੱਲ ਕਰਦਾ ਹੈ ਤਾਂ ਉੱਥੇ ਉਹਨਾਂ ਤੋਂ 20,000 ਰੁਪਏ ਨਹੀਂ ਲਏ ਜਾਣਗੇ? ਜੀ ਗੌਰਵ ਜੀ, ਬਿਲਕੁਲ ਦਰੁਸਤ। ਜਿਹੜੀ ਹੁਣੇ ਕੁਝ ਦੇਰ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ
ਔਰ ਉਸ ਦੇ ਵਿੱਚ ਇਹੀ ਆਖਿਆ ਗਿਆ ਕਿ ਜੇ ਕੋਈ ਪ੍ਰਾਈਵੇਟ ਹਸਪੀਟਲ ਪਲਾਜ਼ਮਾ ਬੈਂਕ ਵਿੱਚ ਜਿਹੜਾ ਕਿ ਅੱਜ ਦੇ ਦਿਨ 'ਚ ਪਟਿਆਲਾ ਸਥਾਪਿਤ ਹੈ ਉੱਥੇ ਇਹ ਪਲਾਜ਼ਮਾ ਲੈਣ ਜਾਊਗਾ, ਉਸ ਤੋਂ ਕਿਸੇ ਕਿਸਮ ਦੀ ਕੋਈ ਵੀ ਫੀਸ ਜਾਂ ਪੇਮੈਂਟ ਨਹੀਂ ਲਿੱਤੀ ਜਾਵੇਗੀ। ठीक है सर, ਸਾਡੇ ਨਾਲ ਭਗਵੰਤ ਮਾਨ ਜੀ ਜੁੜ ਚੁੱਕੇ ਨੇ। ਮਾਨ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਹੁਣ ਤੁਹਾਡੇ ਤੱਕ? ਬਿਲਕੁਲ ਆ ਜੀ, ਬਿਲਕੁਲ ਆ ਜੀ। ਕਰ ਰਹੇ ਸੀ ਸਰਕਾਰ ਨੇ, ਤੁਸੀਂ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਸ਼ੁੱਕਰਵਾਰ ਨੂੰ 117 ਹਲਕਿਆਂ ਦੇ ਵਿੱਚ ਪ੍ਰਦਰਸ਼ਨ ਕਰਾਂਗੇ। ਤੁਹਾਡੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਸਰਕਾਰ ਨੇ ਸਾਫ਼ ਕਰਤਾ ਕਿ ਕੋਈ ਵਿਕਰੀ ਨਹੀਂ, ਕੋਈ ਸੇਲ ਪਰਚੇਜ਼ ਨਹੀਂ ਹੋ ਰਹੀ, ਕਿਸੇ ਤਰੀਕੇ ਦਾ ਕੋਈ ਪੈਸਾ ਨਹੀਂ ਲਿਆ ਜਾਏਗਾ। देखो पहली गल तो कैप्टन साहब ने जो हुणे दसी गल मेरे को भी हुणे कैप्टन अमरिंदर सिंह जी मुख्यमंत्री साहब की जी प्रेस रिलीज है वो कॉपी आई है। मैं स्वागत करता इस गल, मैं विरोधी पार्टी का प्रधान हाँ, स्वागत करदा कि उन्होंने ये फैसला लिया। पर क्योंकि ये परसों तो गल्लां चल रही ने, शायद कैप्टन संधू साहब नूं मैं याद कराना चाहना, डॉक्टर के तलवार ने ये गल कही तो मीडिया इंग्लिश मीडिया दे विच आई है खबर कि प्राइवेट हॉस्पिटल्स नूं 20,000 रुपए च प्लाज्मा बेचण ते एडिट हो गए। 16 तो 17,000 रुपया उन्होंने ਇਹਦਾ ਖਰਚਾ ਕਿਹਾ ਸੀਗਾ। ਇਸੇ ਕਰਕੇ ਕੱਲ ਅਸੀਂ ਇਹ ਗੱਲ ਪ੍ਰੈਸ ਨੋਟ ਵੀ ਜਾਰੀ ਕੀਤਾ ਕਿ ਦਿੱਲੀ ਦੇ ਵਿੱਚ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਜਿਹੜਾ ਅੱਜ ਵੀ ਚੱਲ ਰਿਹਾ ਹੈ, ਉੱਥੇ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ। ਹਾਂ, ਉਹ ਜਿਹੜਾ ਰੈੱਡ ਕਰਾਸ ਦਾ ਰੂਲ ਹੈ ਜਾਂ ਖੂਨਦਾਨ ਦਾ ਕਿ ਜੇ ਕੋਈ ਡੋਨਰ ਕਿਸੇ ਹੋਰ ਗਰੁੱਪ ਦਾ ਕੋਈ 1 ਯੂਨਿਟ ਡੋਨੇਟ ਕਰਕੇ ਪਲਾਜ਼ਮਾ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਵੀ ਹੈ, ਅਦਰਵਾਈਜ਼ ਕੋਈ ਡੋਨਰ ਨਹੀਂ ਵੀ ਹੈਗਾ ਤਾਂ ਦਿੱਲੀ ਦੇ ਵਿੱਚ ਕੋਈ ਏਦਾਂ ਦਾ ਕੋਈ ਸਿਸਟਮ ਨਹੀਂ ਕਿ ਉਹਨੂੰ ਪਲਾਜ਼ਮੇ ਬਦਲੇ ਕੁਝ ਪੈਸੇ ਦੇਣੇ ਪੈਣ। ਹੁਣੇ ਕੈਪਟਨ ਸੰਧੂ ਸਾਹਿਬ ਨੇ ਗੱਲ ਕਹੀ ਹੈ ਕਿ ਕੋਈ ਵੀ ਪ੍ਰਾਈਵੇਟ ਹਸਪੀਟਲ ਜਿਹੜਾ ਇਹ ਪਲਾਜ਼ਮਾ ਲੈਣਾ ਚਾਹੁੰਦਾ ਤਾਂ ਉਹ ਲੈ ਸਕਦਾ ਹੈ। ਸੋ ਸਾਡਾ ਜਿਹੜਾ ਕੰਸਰਨ ਸੀ ਉਹ ਇਹੀ ਸੀਗਾ। ਕੈਪਟਨ ਸਾਹਿਬ ਨੂੰ ਵੀ ਮੈਂ ਇਹ ਕਹਿਣਾ ਚਾਹਣਾ ਕਿ ਇੱਕ ਪਾਸੇ ਲੋਕਾਂ ਤੋਂ ਆਪਾਂ ਦਾਨ ਮੰਗ ਰਹੇ ਹਾਂ, ਦਾਨ ਚ ਕੀਤਾ ਲਿਆ ਹੋਇਆ ਖੂਨ ਜੇ ਆਪਾਂ ਵੇਚਾਂਗੇ ਤਾਂ ਉਹ ਜਿਹੜਾ ਡੋਨਰ ਹੈ ਉਹਦੇ ਦਿਲ ਤੇ ਬਹੁਤ ਵੱਡੀ ਇੱਕ ਸੱਟ ਵੱਜਦੀ ਹੈ ਕਿ ਮੈਂ ਡੋਨੇਟ ਕੀਤੀ ਹੋਈ ਚੀਜ਼ ਹੈ ਉਹਨੂੰ ਤੁਸੀਂ ਅੱਗੇ ਵੇਚ ਰਹੀ ਹੈ ਸਰਕਾਰ। ਤਾਂ ਮੈਂ ਸਾਨੂੰ ਇਸੇ ਕਰਕੇ ਸੀਗਾ ਕਿ ਪੰਜਾਬੀਆਂ ਦਾ ਖੂਨ ਵੇਚ ਕੇ ਇਕਨੋਮੀ ਚਲਾਉਣ ਵਾਲੀ ਗੱਲ ਹੋ ਗਈ। ਸੋ ਜੇ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਕਿ ਅਸੀਂ ਨਹੀਂ ਪੈਸਾ ਲਵਾਂਗੇ ਤਾਂ ਮੈਂ ਇਹਦਾ ਸਵਾਗਤ ਕਰੂੰਗਾ ਅਕ੍ਰੋਸ ਦਾ ਪਾਰਟੀ ਲੈਵਲ, ਅਕ੍ਰੋਸ ਦਾ ਪੋਲਿਟਿਕਸ ਲੈਵਲ। ਠੀਕ ਹੈ, ਤੇ ਕੱਲ ਨੂੰ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਕੋਈ ਫਿਰ ਜਿਹੜੀ ਰੂਪਰੇਖਾ ਉਹ ਲੀਕੀ ਹੋਈ ਹੈ ਉਸ ਦੇ ਵਿੱਚ ਕੋਈ ਬਦਲਾਅ ਹੋਏਗਾ? ਹੁਣ मैं ਤੁਹਾਡੀ ਜਿਹੜੀ ਡਿਬੇਟ ਤੇ ਹਿੱਸਾ ਲੈਣ ਕਰਕੇ ਮੈਂ ਰੁਕ ਲਿਆ। ਮੈਂ ਕਾਨਫਰੰਸ ਕਾਲ ਤੇ 7:30 ਵਜੇ ਦੇ ਕਰੀਬ ਜੋ ਤੁਹਾਡਾ ਇਸ਼ੂ ਖਤਮ ਹੋਊਗਾ ਮੈਂ ਸਾਰੇ ਐਮਐਲਏ ਤੇ ਸਾਰੇ ਅਹੁਦੇਦਾਰ ਦੀ ਕਾਨਫਰੰਸ ਕਾਲ ਲੈ ਰਹੇ ਹਾਂ ਤੇ ਉਹਦੇ ਬਾਰੇ ਅਸੀਂ ਫੈਸਲਾ ਕਰ ਲਾਂਗੇ ਤੇ ਪੂਰਾ ਫੈਸਲਾ ਕੈਪਟਨ ਸੰਧੂ ਸਾਹਿਬ ਦੇ ਪੂਰਾ ਫੈਸਲਾ ਸਾਨੂੰ ਦੱਸ ਦੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਉਹ ਅਗਲਾ ਫੈਸਲਾ ਲੈਣ ਵਿੱਚ ਥੋੜੀ ਆਸਾਨੀ ਹੋਊਗੀ। ठीक है, मैं एक थोड़ा डिटेल कर देना। जो प्रेस रिलीज मेरे को भी पहुंचे है उस जो टॉप हेडिंग बनाई गई है वही है प्लाज्मा टू बी प्रोवाइडेड फ्री ऑफ कॉस्ट, नो सेल परचेज टू बी अलाउड, सेज पंजाब सीएम। ਤੇ ਉਸ ਤੋਂ ਅਗਲੀ ਲਾਈਨ ਹੈ ਵਿਦ ਅਪਰੂਵਲ ਇਨ ਪਲੇਸ ਸਟੇਟ ਫਲੋਟਸ ਟੈਂਡਰਸ ਫॉर ਇਕਵਿਪਮੈਂਟ ਫॉर 2 ਮੋਡ ਪਲਾਜ਼ਮਾ ਬੈਂਕਸ। ਮੈਂ ਇੱਕ ਵਾਰੀ ਸੰਧੂ ਸਾਹਿਬ ਤੋਂ ਵੀ ਇੱਕ ਰਿਐਕਸ਼ਨ ਲੈਣਾ, ਮਾਨ ਸਾਹਿਬ ਮੈਂ ਉਸ ਤੋਂ ਬਾਅਦ ਤੁਹਾਡੇ ਕੋਲ ਆਣਾ ਤੇ ਕਾਲੀਆ ਸਾਹਿਬ ਦਾ ਵੀ ਰਿਐਕਸ਼ਨ ਲਵਾਂਗਾ। ਸੰਦੀਪ ਸੰਧੂ ਜੀ, ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੋਈ ਜਿਹਨੂੰ ਵੀ ਜ਼ਰੂਰਤ ਹੁੰਦੀ ਹੈ ਪੰਜਾਬ ਦੇ ਵਿੱਚ ਉਸ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਏਗਾ, ਫ੍ਰੀ ਆਫ ਕਾਸਟ ਮੁਹੱਈਆ ਕਰਵਾਇਆ ਜਾਏਗਾ। ਇਹ ਕੋਈ ਵੀ ਦਾ ਮਤਲਬ ਪ੍ਰਾਈਵੇਟ ਹਸਪੀਟਲ ਵੀ ਅਸੀਂ ਗਿਣੀਏ ਕਿਉਂਕਿ ਪੇਸ਼ੈਂਟ ਖੁਦ ਤਾਂ ਨਹੀਂ ਜਾਂਦਾ, ਪ੍ਰਾਈਵੇਟ ਹਸਪੀਟਲਸ ਹੀ ਪ੍ਰੋਵਾਈਡ ਕਰਵਾਉਣਗੇ ਪੇਸ਼ੈਂਟ ਨੂੰ। ਮਤਲਬ ਕਈ ਵਾਰ ਹੁੰਦਾ ਨਾ ਕਿ ਕੋਈ ਜਿਹੜਾ ਡਿਸੀਜਨ ਲਿਆ ਜਾਂਦਾ ਹੈ ਤਾਂ ਉਹਦੇ ਵਿੱਚ ਫਿਰ ਘੁੰਮਣ ਘੇਰੀਆਂ ਬਹੁਤ ਹੁੰਦੀਆਂ ਨੇ। ਮੈਂ ਤਾਂ ਹੀ ਸਪਸ਼ਟ ਸ਼ਬਦਾਂ 'ਚ ਪੁੱਛ ਰਿਹਾ ਕਿ ਪਲਾਜ਼ਮਾ ਜੇਕਰ ਕੋਈ ਪ੍ਰਾਈਵੇਟ ਹਸਪਤਾਲ ਪਲਾਜ਼ਮਾ ਬੈਂਕ ਨੂੰ ਕੰਟੈਕਟ ਕਰਦਾ ਹੈ ਤਾਂ ਕੋਈ ਪੈਸਾ ਨਹੀਂ ਲਿਆ ਜਾਏਗਾ ਉਸ ਤੋਂ, ਨਾ ਤਾਂ ਕੋਈ ਲਾਗਤ ਜਿਹੜਾ ਕਿਹਾ ਜਾ ਰਿਹਾ ਕਿ ਕਿਟਸ ਖਰੀਦਣੀਆਂ ਪੈਂਦੀਆਂ ਨੇ ਜਾਂ ਇਕਵਿਪਮੈਂਟਸ ਦੀ ਖਰਚਾ ਆਉਂਦਾ ਹੈ, ਕੋਈ ਪੈਸਾ ਨਹੀਂ ਲਿਆ ਜਾਏਗਾ। ਗੌਰਵ ਜੀ, ਮੈਂ ਤੁਹਾਡੇ ਜਵਾਬ ਜਿਹੜਾ ਤੁਸੀਂ ਸਵਾਲ ਪੁੱਛਿਆ ਉਸ ਤੋਂ ਜਵਾਬ ਦੇਣ ਤੋਂ ਪਹਿਲਾਂ ਮੈਂ ਮਾਨ ਸਾਹਿਬ ਦਾ ਜਿਹੜਾ ਆਡੀਓ ਸੀ ਕਲੀਅਰ ਨਹੀਂ ਸੀ, ਪਰ ਜੋ ਮੈਂ ਸਮਝਿਆ ਹੈਗਾ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਇਹ ਫੈਸਲਾ ਲਿੱਤਾ ਹੈਗਾ ਪਾਰਟੀ ਲਾਈਨਸ ਤੋਂ ਉੱਤੇ ਉੱਠ ਕੇ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ। ਔਰ ਜੇ ਮੈਂ ਸਹੀ ਸੁਣਿਆ ਤਾਂ ਮੈਂ ਮਾਨ ਸਾਹਿਬ ਦਾ ਔਰ ਉਹਨਾਂ ਦੀ ਪਾਰਟੀ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਲਾਈਨ ਤੋਂ ਉੱਠ ਕੇ ਇਸ ਕਿਸਮ ਦਾ ਐਲਾਨ ਤੁਹਾਡੇ ਚੈਨਲ ਦੇ ਉੱਤੇ ਕੀਤਾ। ਹੁਣ ਤੁਹਾਡੇ ਸਵਾਲ ਦਾ ਸਪਸ਼ਟ ਜਵਾਬ ਮੈਂ ਦੁਬਾਰਾ ਫੇਰ ਦਿੰਨਾ ਕਿ ਜਿਹੜੀ ਪਲਾਜ਼ਮਾ ਆਪਣਾ ਬੈਂਕ ਹੈਗਾ ਪਟਿਆਲੇ ਸਥਾਪਿਤ ਹੋਇਆ, ਉੱਥੇ ਜੇ ਕੋਈ ਪ੍ਰਾਈਵੇਟ ਹਸਪੀਟਲ ਆਪਦਾ ਕੋਈ ਉਹਨਾਂ ਦਾ ਜਿਹੜਾ ਪੇਸ਼ੈਂਟ ਉਹਨਾਂ ਦੀ ਕੇਅਰ ਦੇ ਵਿੱਚ ਹੈਗਾ ਜਿਸ ਨੂੰ ਕਿ ਪਲਾਜ਼ਮਾ ਥੈਰੇਪੀ ਦੀ ਜ਼ਰੂਰਤ ਹੈ, ਉਹ ਉੱਥੇ ਪਲਾਜ਼ਮਾ ਦੀ ਜੇ ਆਪਦੀ ਡਿਮਾਂਡ ਰੱਖਣਗੇ
ਤਾਂ ਉਹਨਾਂ ਤੋਂ ਕੋਈ ਵੀ ਕੀਮਤ ਨਹੀਂ ਲਿੱਤੀ ਜਾਵੇਗੀ। ਇਹ ਫ੍ਰੀ ਆਫ ਕਾਸਟ ਹੈ, ਮੁਫਤ ਹੈ ਔਰ ਇਸ ਤੇ ਕੋਈ ਪੈਸਾ ਉਹਨਾਂ ਨੂੰ ਦੇਣ ਦੀ ਲੋੜ ਨਹੀਂ ਹੋਵੇਗੀ। ਠੀਕ ਹੈ, ਤੁਸੀਂ ਬਹੁਤ ਸਪਸ਼ਟ ਸ਼ਬਦਾਂ 'ਚ ਕਹਿਤਾ। ਮੈਂ ਇਸੇ ਕਰਕੇ ਪੁੱਛ ਰਿਹਾ ਸੀ ਕਿ ਕਈ ਵਾਰ ਚੀਜ਼ਾਂ ਇਸ ਤਰੀਕੇ ਨਾਲ ਹੁੰਦੀਆਂ ਨੇ ਕਿ ਬਾਅਦ ਦੇ ਵਿੱਚ ਕਹੋ ਕਿ ਲਾਗਤ ਸੀ ਜਾਂ ਲਾਗਤ ਦਾ 15,000 ਹੈ। ਖੈਰ ਤੁਸੀਂ ਬਹੁਤ ਕਲੀਅਰ ਕੀਤਾ। ਮੈਂ ਇੱਕ ਵਾਰੀ ਮਨੋਰੰਜਨ ਕਾਲੀਆ ਸਾਹਿਬ ਵੀ ਰੁਕ ਕਰ ਲਾਂ। ਕਾਲੀਆ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਸਰ ਸਵਾਗਤ ਹੈ ਤੁਹਾਡਾ ਵੀ ਚਰਚਾ ਦੇ ਵਿੱਚ, ਤੁਹਾਨੂੰ ਵੀ ਸ਼ਾਮਲ ਕਰ ਰਹੇ ਹਾਂ ਅਸੀਂ। ਮੈਂ ਤੁਹਾਡਾ ਪਹਿਲਾ ਰਿਐਕਸ਼ਨ ਚਾਹੂੰਗਾ ਕਿਉਂਕਿ ਪੂਰਾ ਮਾਮਲਾ 20,000 ਨੂੰ ਲੈ ਕੇ ਸੀ। ਹੁਣ ਸਰਕਾਰ ਨੇ ਉਹ ਪੂਰਾ ਸਟੈਪ ਹੀ ਹੈ ਕਿ ਜਿਹੜਾ ਆਦੇਸ਼ ਸੀ ਉਸਦੇ ਉੱਤੇ ਉਹਨੂੰ ਹੀ ਰੋਲ ਬੈਕ ਕਰ ਦਿੱਤਾ ਤੇ ਸਾਫ਼ ਕਰ ਦਿੱਤਾ ਕਿ ਕੋਈ ਪੈਸਾ ਕੋਈ ਜਿਹੜਾ ਸੇਲ ਪਰਚੇਜ਼ ਪੰਜਾਬ ਦੇ ਵਿੱਚ ਨਹੀਂ ਹੋਏਗੀ। ਕਿਵੇਂ ਇਸ ਪੂਰੇ ਫੈਸਲੇ ਨੂੰ ਦੇਖਦੇ ਹੋ? ਤੇ ਸਵਾਲ ਤਾਂ ਇਹ ਵੀ ਹੈ ਕਿ ਵਾਕਈ ਪਹਿਲਾਂ ਇਹ ਡਿਸੀਜਨ ਲਿਆ ਗਿਆ ਬਿਨਾਂ ਟੀਮ ਦੀ ਪੂਰੀ ਰਣਨੀਤੀ ਬਣਾਏ ਤੋਂ ਬਿਨਾਂ, ਜਾਂ ਫਿਰ ਕਿਉਂ ਸਰਕਾਰ ਨੇ ਇਹ ਫੈਸਲਾ ਲੈ ਲਿਆ? ਕਾਲੀਆ ਸਾਹਿਬ ਦੇਖੋ, ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਸਾਡੇ ਪੰਜਾਬ ਦੇ ਮੁੱਖ ਮੰਤਰੀ ਹੋਣਾ ਨੇ ਲਿੱਤਾ ਹੈ ਕਿ ਹੁਣ ਪਲਾਜ਼ਮਾ ਜਿਹੜਾ ਹੈ ਉਹ ਫ੍ਰੀ ਆਫ ਕਾਸਟ ਦਿੱਤਾ ਜਾਏਗਾ, ਚਾਹੇ ਉਹ ਪੇਸ਼ੈਂਟ ਜੀ अपना गवर्नमेंट हॉस्पिटल का है या प्राइवेट हॉस्पिटल का है, क्योंकि प्लाज्मा ਜਿਹੜਾ ਹੈ ਉਹ ਹਮੇਸ਼ਾ ਕ੍ਰਿਟੀਕਲ ਪੇਸ਼ੈਂਟਸ ਨੂੰ ਜਿਹੜਾ ਹੈ ਜੀ। ਮਾਨ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਕਾਲੀਆ ਸਾਹਿਬ ਕੁਝ ਕਹਿ ਰਹੇ ਨੇ, ਮੈਂ ਉਸ ਤੋਂ ਬਾਅਦ ਤੁਹਾਡੇ ਕੋਲ ਆ ਰਹੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਅਸੀਂ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਕਾਲੀਆ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੀ ਹੈ, ਤੁਸੀਂ ਆਪਣਾ ਪੁਆਇੰਟ ਜਿਹੜਾ ਨਿਰਣੇ ਲਿੱਤਾ ਹੈ ਜੀ ਉਹਦਾ ਮੈਂ ਸਵਾਗਤ ਕਰਦਾ ਹਾਂ ਜੀ। ਲੇਕਿਨ ਬਿਹਤਰ ਹੁੰਦਾ ਕਿ ਵੀ ਇਹ ਨਿਰਣੇ ਜਿਹੜਾ ਹੈਗਾ, ਜੇ ਕੈਪਟਨ ਸਾਹਿਬ ਪਹਿਲਾਂ ਹੀ ਸਾਡੇ ਮੁੱਖ ਮੰਤਰੀ ਉਹ ਆਪਣਾ ਡਾਕਟਰ ਕੇ ਤਲਵਾਰ ਜਿਹੜੇ ਡਾਇਰੈਕਟਰ ਹੈ, ਸੋ ਉਹਨਾਂ ਨੇ ਅਨਾਉਂਸਮੈਂਟ ਜਿਹੜਾ ਹੈਗਾ ਉਹਨਾਂ ਨੇ ਕੀਤੀ ਕਿ ਵੀ 16-17,000 ਰੁਪਇਆ ਜਿਹੜਾ ਇਹਦਾ ਕਾਸਟ ਆਂਦੀ ਔਰ 20,000 ਰੁਪਇਆ ਲਵਾਂਗੇ। ਸੋ ਇਹ ਦੱਸਦਾ ਹੈ ਕਿ ਸਰਕਾਰ ਜਿਹੜਾ ਹੈ ਨਿਰਣੇ, ਕਈ ਵਾਰੀ ਹੁੰਦਾ ਹੈ ਕਿ ਵੀ ਨਿਰਣੇ ਜਿਹੜਾ ਹੈਗਾ ਨਿਚਲੇ ਲੈਵਲ ਤੇ ਕਿਉਂ ਹੋ ਰਿਹਾ, ਮੈਨੂੰ ਇਹ ਨਹੀਂ ਸਮਝ ਆਉਂਦੀ ਪਈ। ਲੇਕਿਨ ਹੈਗਾ ਕਿ ਜੇ ਮੁੱਖ ਮੰਤਰੀ ਜੀ ਪਹਿਲਾਂ ਹੀ ਇੰਟਰਵੀਨ ਕਰਦੇ ਤਾਂ ਬਿਹਤਰ ਹੁੰਦਾ, ਕਿਉਂਕਿ ਇਹ ਬੜਾ ਕ੍ਰਿਟੀਕਲ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ ਔਰ ਇਸ ਲਈ ਕਿ ਵੀ ਜਿਹੜਾ ਵਿਅਕਤੀ ਕਿ ਵੀ ਮਰਨ ਕਰਾਣੇ ਪਿਆ ਤੇ ਉਹਦੇ ਪਰਿਵਾਰਜਨ ਨੂੰ ਭਾਵੇਂ ਤੁਸੀਂ ਕਹੋ ਨਾ ਕਿ ਲੱਖ ਰੁਪਇਆ ਕਾਸਟ ਹੈਗੀ ਹੈ ਪਲਾਜ਼ਮਾ ਦੀ, ਉਹ ਵੀ ਦੇਗਾ ਕਿਉਂਕਿ ਮਰਤਾ ਕਿਆ ਨਾ ਕਰਤਾ। ਸੋ ਇਸ ਲਈ ਇਹ ਜਿਹੜਾ ਨਾ ਹਿਊਮਨਿਸਟਿਕ ਐਂਗਲ ਹੈ। ਸੋ ਮੈਂ ਕਹਾਂਗਾ ਕਿ ਸ਼ੁਕਰ ਹੈ ਕਿ ਵੀ ਫਿਰ ਵੀ ਬੈਟਰ ਸੈਂਸ ਹੈਜ਼ ਪ੍ਰਵੇਲਡ। ਸੋ ਮੈਂ ਇਹਦਾ ਸਵਾਗਤ ਕਰਦਾ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਨਿਰਣੇ ਲਿੱਤਾ ਹੈ ਕਿ ਅਸੀਂ ਫ੍ਰੀ ਆਫ ਕਾਸਟ ਜਿਹੜਾ ਹੈਗਾ ਉਹ ਅਸੀਂ ਦਵਾਂਗੇ ਜਿਹੜਾ ਪਲਾਜ਼ਮਾ ਹੈ। ਠੀਕ ਹੈ, ਤੁਸੀਂ ਵੈਲਕਮ ਕਰ ਰਹੇ ਹੋ। ਤੁਸੀਂ ਜਿਹੜਾ ਪੁਆਇੰਟ ਚੁੱਕਿਆ ਲਾਜ਼ਮੀ ਤੌਰ ਤੇ ਜ਼ਰੂਰੀ ਹੈ, ਉਸ ਦੇ ਉੱਤੇ ਵੀ ਚਰਚਾ ਹੋਣੀ ਕਿ ਇਹ ਪੂਰਾ ਮਾਮਲਾ ਜਿਹੜਾ ਹੈਗਾ ਕਿ ਹੇਠਲੇ ਪੱਧਰ ਦੇ ਉੱਤੇ ਕੋਈ ਫੈਸਲਾ ਲੈ ਲਿਆ, ਮੁੱਖ ਮੰਤਰੀ ਤੱਕ ਪਹੁੰਚਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਕੋਈ ਪੈਸਾ ਨਹੀਂ ਲੈਣਾ। ਮਾਨ ਸਾਹਿਬ ਤੁਸੀਂ ਕੁਝ ਕਹਿ ਰਹੇ ਸੀ, ਜਿਹੜਾ ਤੁਸੀਂ ਕਹਿ ਰਹੇ ਸੀ ਕਿ ਮੈਂ ਪੁਆਇੰਟ ਕਲੀਅਰ ਕਰਨਾ ਚਾਹੁੰਦਾ। ਮਾਨ ਸਾਹਿਬ ਮੈਂ ਬਾਬੂ ਜੀ ਕੈਪਟਨ ਸੰਧੂ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਇਹਨਾਂ ਨੇ ਸਪੈਸ਼ਲੀ 2 ਵਾਰ ਜਦੋਂ ਬੋਲਿਆ ਹੁਣ ਤੇ ਇਹਨਾਂ ਨੇ ਸਪੈਸ਼ਲੀ ਪਟਿਆਲਾ ਦੀ ਪਲਾਜ਼ਮਾ ਬੈਂਕ ਦੀ ਗੱਲ ਕੀਤੀ ਹੈ ਕਿ ਜਿਹੜਾ ਇਹ ਫ੍ਰੀ ਆਫ ਕਾਸਟ ਦਾ ਜਿਹੜਾ ਫੈਸਲਾ ਲਿਆ ਗਿਆ, ਇਹ ਜਿਹੜੀਆਂ ਫਿਊਚਰ ਦੀਆਂ ਪਲਾਜ਼ਮਾ ਬੈਂਕਸ ਓਪਨ ਹੋ ਰਹੇ ਨੇ ਉਹਨਾਂ ਲਈ ਵੀ ਹੈ ਜਾਂ ਜਿਹੜੀਆਂ ਹੋਰ ਵੀ ਪਟਿਆਲੇ ਤੋਂ ਬਿਨਾਂ ਨੇ ਉਹਨਾਂ ਲਈ ਵੀ ਹੈ, ਜਾਂ ਓਨਲੀ ਫॉर ਸਪੈਸੀਫਿਕਲੀ ਫॉर ਪਟਿਆਲਾ? ਜੀ ਠੀਕ ਹੈ ਸੰਧੂ ਸਾਹਿਬ, ਜੇਕਰ ਕਲੀਅਰ ਕਰ ਸਕੋ, ਕਿਉਂਕਿ ਉਹੀ ਗੱਲ ਹੈ ਕਿ ਜਦੋਂ ਫੈਸਲੇ ਲੈ ਲਏ ਜਾਂਦੇ ਨੇ ਤਾਂ ਫੈਸਲਿਆਂ ਦੇ ਵਿੱਚ ਬੜਾ ਕੋਈ ਘੁੰਮਣ ਘੇਰੀਆਂ ਹੁੰਦੀਆਂ ਨੇ, ਇਸ ਕਰਕੇ ਹਰ ਚੀਜ਼ ਕਲੀਅਰ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਕੋਈ ਪੈਸਾ ਨਹੀਂ ਤੇ ਸਿਰਫ ਕਿ ਪਟਿਆਲਾ ਵਾਲੀ ਜਿਹੜੀ ਲੈਬ ਹੈ ਉਸ ਦੇ ਲਈ ਫੈਸਲਾ ਹੈ ਜਾਂ ਇਨ ਫਿਊਚਰ ਜਿਹੜੀ ਵੀ ਲੈਬ ਖੁੱਲੇਗੀ, ਕਿਉਂਕਿ ਫਰੀਦਕੋਟ ਤੇ ਅੰਮ੍ਰਿਤਸਰ ਦਾ ਵੀ ਜ਼ਿਕਰ ਹੋ ਰਿਹਾ ਹੈ, ਇਕਵਿਪਮੈਂਟਸ ਦੇ ਲਈ ਟੈਂਡਰ ਕੱਢਣ ਦਾ ਵੀ ਜ਼ਿਕਰ ਸਰਕਾਰ ਨੇ ਕਰ ਦਿੱਤਾ ਹੈ। ਸੰਧੂ ਸਾਹਿਬ ਗੌਰਵ ਜੀ, ਜਦੋਂ ਵੀ ਕੋਈ ਐਲਾਨ ਹੁੰਦਾ ਹੈ ਔਰ ਜਦੋਂ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਹੈ, ਉਸ ਦਾ ਭਾਵ ਉਹ ਐਲਾਨ ਪੂਰੇ ਪੰਜਾਬ ਲਈ ਲਾਗੂ ਹੋਇਆ ਹੈ, ਨਾ ਕਿ ਸਿਰਫ ਪਟਿਆਲਾ ਦੇ ਪਲਾਜ਼ਮਾ ਬੈਂਕ ਲਈ। ਮੈਂ ਪਟਿਆਲਾ ਦਾ ਪਲਾਜ਼ਮਾ ਬੈਂਕ ਇਸ ਕਰਕੇ ਆਪਦੇ ਜਦੋਂ ਜਵਾਬ ਦਿੰਦਿਆਂ ਦਿੱਤਾ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਪਟਿਆਲਾ ਵਾਲਾ ਜਿਹੜਾ ਪਲਾਜ਼ਮਾ ਬੈਂਕ ਜਿਹੜਾ ਸਥਾਪਿਤ ਹੋਇਆ ਉਹ ਚੱਲ ਰਿਹਾ ਹੈਗਾ। ਇਸ ਕੋਈ ਸ਼ੱਕ ਨਹੀਂ, ਜਿੱਥੇ ਜਿੱਥੇ ਪਲਾਜ਼ਮਾ ਬੈਂਕ ਖੁੱਲਣਗੇ, ਜੋ ਮੁੱਖ ਮੰਤਰੀ ਸਾਹਿਬ ਨੇ ਅੱਜ ਐਲਾਨ ਕੀਤਾ ਹੈ ਉਹ ਉਹਨਾਂ ਪਲਾਜ਼ਮਾ ਬੈਂਕਸ ਤੇ ਵੀ ਲਾਗੂ ਹੋਊਗਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਉੱਤੇ ਵੀ ਲਾਗੂ ਹੋਏਗਾ। ਜੀ ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਮੈਨੂੰ ਇੱਥੇ ਰੁਕਣਾ ਹੋਏ। ਜੀ ਮਾਨ ਸਾਹਿਬ ਤੁਸੀਂ ਕੁਝ ਕਹਿ ਰਹੇ ਹੋ? ਤੁਹਾਨੂੰ ਲੱਗਦਾ ਕਿ ਜਿਹੜਾ 2-3 ਦਿਨ ਪਹਿਲਾਂ ਕੇ ਤਲਵਾਰ ਜੀ ਦਾ ਬਿਆਨ ਆਇਆ, ਮਨੋਰੰਜਨ ਕਾਲੀਆ ਵੀ ਜ਼ਿਕਰ ਕਰ ਰਹੇ ਸੀ, ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਹੈ ਮੁੱਖ ਮੰਤਰੀ ਸਾਹਿਬ ਦੇ ਸਟਾਫ ਤੋਂ ਸਟਾਫ ਦੇ ਵਿੱਚੋਂ, ਜਾਂ ਫਿਰ ਜਿਹੜਾ ਥੱਲੇ ਕੋਵਿਡ-19 ਨਾਲ ਜਿਹੜਾ ਯੁੱਧ ਲੜ ਰਿਹਾ ਹੈ, ਜਾਂ ਜਿਹੜੇ ਉਹਨਾਂ ਦੇ ਪਲੈਨਰਸ ਨੇ, ਕਿ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਲੱਗਦੀ। ਬਿਲਕੁਲ, ਮੈਂ ਇਸੇ ਪੁਆਇੰਟ ਦੇ ਉੱਤੇ ਆਉਂਗਾ ਵਾਪਸ ਕਿ ਵਾਕਈ ਇਸ ਦੌਰ ਦੇ ਵਿੱਚ ਵੀ ਅਸੀਂ ਕਹਿ ਸਕਦੇ ਕਿ ਇੱਕ ਡਿਸੀਜਨ ਨੂੰ ਲੈਣ ਵਾਸਤੇ ਕਈ ਹੁਕਮ ਜਾਰੀ ਕੀਤੇ ਜਾਣ ਜਾਂ ਕਰਨੇ ਪੈਣ
ਕਿਉਂਕਿ ਸਿਹਤ ਮੰਤਰੀ ਕਹਿ ਚੁੱਕੇ ਨੇ, ਸਿਹਤ ਮੰਤਰੀ ਦੇ ਨਾਲ ਗੱਲਬਾਤ ਹੋਈ ਸਾਡੀ ਥੋੜੀ ਦੇਰ ਪਹਿਲਾਂ, ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਸਿਰਫ ਜੋ ਲਾਗਤ ਹੈ ਉਹੀ ਵਸੂਲ ਰਹੇ ਹਾਂ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਗਿਆ, ਮਾਨ ਸਾਹਿਬ ਸਾਡੇ ਨਾਲ ਬਣੇ ਰਹੋ। ਮੈਂ ਬ੍ਰੇਕ ਤੋਂ ਬਾਅਦ ਫੌਰਨ ਅਸੀਂ ਹਾਜ਼ਰ ਹੁੰਦੇ ਹਾਂ ਤੇ ਇਸ ਪੂਰੇ ਮੁੱਦੇ ਉੱਤੇ ਚਰਚਾ ਕਰਾਂਗੇ ਕਿ ਇਸ ਦੌਰ ਦੇ ਵਿੱਚ ਵੀ ਕਿ ਵਾਕਈ ਇੱਕ ਡਿਸੀਜਨ ਨੂੰ ਕਈ ਵਾਰ ਸਾਨੂੰ ਲੈਣਾ ਪਏਗਾ ਸਰਕਾਰ ਨੂੰ, ਪਲਾਜ਼ਮਾ ਬੈਂਕ ਨੂੰ ਲੈ ਕੇ ਹੀ ਜੇ 2-3 ਵਾਰੀ ਮੀਟਿੰਗਾਂ ਹੋਈਆਂ ਜਾਂ ਡਿਸੀਜਨ ਲੈਣਾ ਪਿਆ ਤਾਂ ਕਿਤੇ ਨਾ ਕਿਤੇ ਜ਼ਰੂਰ ਸੋਚਣ ਵਾਲੀ ਗੱਲ ਹੈਗੀ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪਲਾਜ਼ਮਾ ਬੈਂਕ ਦੇ ਉੱਤੇ ਅਸੀਂ ਜ਼ਿਕਰ ਕਰ ਰਹੇ ਹਾਂ ਜੋ ਸਰਕਾਰ ਦਾ ਫੈਸਲਾ ਸੀ, ਪਰ ਸਰਕਾਰ ਨੇ ਆਪਣੇ ਫੈਸਲੇ ਤੇ ਕਿਤੇ ਨਾ ਕਿਤੇ ਯੂ ਟਰਨ ਲਿਆ। ਇਸ ਸਮੇਂ ਦੀ ਵੱਡੀ ਖਬਰ ਹੈ, ਕੈਪਟਨ ਸਰਕਾਰ ਨੇ ਹੁਣ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਪਲਾਜ਼ਮਾ ਦੀ ਵਿਕਰੀ ਨਹੀਂ ਹੋਵੇਗੀ। ਜੋ ਕਰੋਨਾ ਦੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੇ ਪਲਾਜ਼ਮਾ ਲਏ ਜਾਂਦੇ ਨੇ ਤੇ ਹਰ ਲੋੜਵੰਦ ਨੂੰ ਮੁਫਤ ਦੇ ਵਿੱਚ ਪਲਾਜ਼ਮਾ ਮਿਲੇਗਾ। ਇਹ ਵੀ ਕਹਿ ਦਿੱਤਾ ਗਿਆ, ਸਰਕਾਰ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਖੂਨ ਵੇਚਣ ਦੇ ਇਲਜ਼ਾਮ ਲਗਾਉਂਦਿਆਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿਚਾਲੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਆਫਿਸ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਜਿਹੜੀ ਵਿਕਰੀ ਹੈ, ਸੇਲ ਪਰਚੇਜ਼ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੈ। ਜਿਹਨੂੰ ਵੀ ਜ਼ਰੂਰਤ ਹੋਏਗੀ ਉਸ ਨੂੰ ਫ੍ਰੀ ਦੇ ਵਿੱਚ ਪਲਾਜ਼ਮਾ ਦਿੱਤੇ ਜਾਣਗੇ। ਇੱਕ ਵੱਡਾ ਫੈਸਲਾ ਹੈ, ਲਾਜ਼ਮੀ ਤੌਰ ਤੇ ਰਾਹਤਾਂ ਲੋਕਾਂ ਦੇ ਲਈ ਹੈਗੀ ਆ, ਉਹ ਚਾਹੇ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਇਲਾਜ ਕਰਵਾ ਰਹੇ ਹੋਣ ਜਾਂ ਫਿਰ ਸਰਕਾਰੀ ਹਸਪਤਾਲ ਦੇ ਵਿੱਚ। ਇਹ ਵੀ ਕਲੀਅਰ ਕਰ ਦਵਾਂ ਕਿ ਪਲਾਜ਼ਮਾ ਉਹਨਾਂ ਲੋਕਾਂ ਦਾ ਹੀ ਜ਼ਿਕਰ ਹੋ ਰਿਹਾ ਹੈ ਕਿਉਂਕਿ ਜਿਹੜੇ ਕਰੋਨਾ ਨੂੰ ਮਾਤ ਦੇ ਚੁੱਕੇ ਨੇ ਉਹਨਾਂ ਦੇ ਪਲਾਜ਼ਮਾ ਲਏ ਜਾਂਦੇ ਨੇ, ਪਲਾਜ਼ਮਾ ਬੈਂਕ 'ਚ ਰੱਖੇ ਜਾਂਦੇ ਨੇ, ਫਿਰ ਅੱਗੇ ਜਿਹੜੇ ਪੇਸ਼ੈਂਟ ਕੋਈ ਕਰੋਨਾ ਦਾ ਜਿਸ ਨੂੰ ਜ਼ਰੂਰਤ ਹੋਵੇ ਪਲਾਜ਼ਮਾ ਦੀ ਉਸ ਨੂੰ ਦਿੱਤੇ ਜਾਂਦੇ ਨੇ। ਉਸਦੇ ਖਰੀਦ ਦਾ, ਸੇਲ ਪਰਚੇਜ਼ ਦਾ ਜ਼ਿਕਰ ਸੀ ਜਿਸ ਦੇ ਉੱਤੇ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਪੈਸਾ ਨਹੀਂ ਲਿਆ ਜਾਏਗਾ। ਮੈਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਫੌਰਨ ਹਾਜ਼ਰ ਹੋਵਾਂਗਾ। ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ। ਭਗਵੰਤ ਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਤੇ ਸਾਡੇ ਨਾਲ ਹੋਰ ਮਹਿਮਾਨ ਵੀ ਲਗਾਤਾਰ ਜੁੜੇ ਹੋਏ ਨੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਚਰਚਾ ਕਰ ਰਹੇ ਹਾਂ ਪਲਾਜ਼ਮਾ ਬੈਂਕ ਦੀ। ਪਲਾਜ਼ਮਾ ਬੈਂਕ ਨੂੰ ਲੈ ਕੇ ਜੋ ਰੇੜਕਾ ਸੀ ਉਹ ਸਰਕਾਰ ਨੇ ਦੂਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਹੁਣ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਏਗਾ। ਦਰਅਸਲ ਇਹ ਚਰਚਾ ਦੀ ਸ਼ੁਰੂਆਤ ਜਿੱਥੋਂ ਹੋਈ ਸੀ ਕਿ 20,000 ਰੁਪਏ ਪ੍ਰਾਈਵੇਟ ਹਸਪੀਟਲਸ ਤੋਂ ਲਿਆ ਜਾਏਗਾ ਜੇਕਰ ਉਹ ਪਲਾਜ਼ਮਾ ਬੈਂਕ ਦੇ ਕੋਲ ਪਲਾਜ਼ਮਾ ਯੂਨਿਟ ਲੈਣ ਦੇ ਲਈ ਪਹੁੰਚਦੇ ਨੇ। ਖੈਰ ਹੁਣ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਅਸੀਂ ਕੋਈ ਪੈਸਾ ਨਹੀਂ ਲੈ ਰਹੇ, ਕਿਸੇ ਨੂੰ ਵੀ ਜ਼ਰੂਰਤ ਹੈ ਉਹ ਫ੍ਰੀ ਆਫ ਕਾਸਟ ਲੈ ਸਕਦਾ ਹੈ ਪਲਾਜ਼ਮਾ। ਪਰ ਇਸ ਵਿਚਾਲੇ ਹੁਣ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਕਿ ਆਖਿਰ ਇਸ ਤਰੀਕੇ ਦੇ ਹਾਲਾਤ ਕਿਉਂ ਬਣੇ, ਕਿ ਆਖਿਰ ਹਰ ਇੱਕ ਡਿਸੀਜਨ ਨੂੰ ਵਾਰ-ਵਾਰ ਰੋਲ ਬੈਕ ਕਰਨਾ ਹੋਏਗਾ ਜਾਂ ਇਸ ਤਰੀਕੇ ਦੀ ਕੰਡੀਸ਼ਨ ਆਏਗੀ। ਰੁਕ ਕਰਦੇ ਹਾਂ। ਸਾਡੇ ਨਾਲ ਮਹਿਮਾਨ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜੁੜੇ ਹੋਏ ਨੇ। ਭਗਵੰਤ ਮਾਨ ਜੀ ਸਾਡੇ ਨਾਲ ਨੇ, ਕੈਪਟਨ ਸੰਦੀਪ ਸੰਧੂ ਸਾਡੇ ਨਾਲ ਨੇ, ਮਨੋਰੰਜਨ ਕਾਲੀਆ ਜੀ ਸਾਡੇ ਨਾਲ ਨੇ। ਸੰਧੂ ਸਾਹਿਬ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਾਂਗਾ ਇਸ ਸੈਗਮੈਂਟ ਦੀ। ਬੇਸ਼ੱਕ ਇਹ ਫੈਸਲਾ ਰੋਲ ਬੈਕ ਕਰ ਲਿਆ ਗਿਆ ਹੋਵੇ, ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਫ੍ਰੀ ਆਫ ਕਾਸਟ ਹਰ ਕਿਸੇ ਦੇ ਲਈ ਹੈਗਾ, ਪਰ ਹੁਣ ਸਵਾਲ ਤਾਂ ਇਹ ਵੀ ਹੈ ਕਿ ਜਦੋਂ ਇੰਨਾ ਜ਼ਿਆਦਾ ਕ੍ਰਾਈਸਿਸ ਖਾਸ ਤੌਰ ਤੇ ਕਰੋਨਾ ਨੂੰ ਲੈ ਕੇ ਹੈਗਾ ਤਾਂ ਇਹ ਡਿਸੀਜਨ ਮੇਕਿੰਗ ਕਿ ਵਾਕਈ ਇਸ ਤਰੀਕੇ ਨਾਲ ਹੋਏਗੀ ਕਿ ਵਿਰੋਧੀ ਸਵਾਲ ਚੁੱਕਣ, ਵਿਰੋਧੀ ਕਹਿਣ ਕਿ ਅਸੀਂ ਸਾਰੇ ਹਲਕਿਆਂ 'ਚ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਤੇ ਇਸ ਵਿਚਾਲੇ ਸਰਕਾਰ ਦਾ ਫੈਸਲਾ ਆ ਜਾਵੇ ਕਿ ਜੀ ਨਹੀਂ ਅਸੀਂ ਨਹੀਂ ਪੈਸੇ ਲੈ ਰਹੇ। ਕਿ ਹੇਠਲੇ ਪੱਧਰ ਦੇ ਉੱਤੇ ਕੁਝ ਹੋਰ ਹੋ ਰਿਹਾ, ਉੱਪਰਲੇ ਪੱਧਰ ਤੇ ਕੁਝ ਹੋ ਰਿਹਾ, ਆਪਸ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੈ? ਸੰਧੂ ਸਾਹਿਬ। ਨਹੀਂ ਗੌਰਵ ਜੀ, ਕੋਆਰਡੀਨੇਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੈ, ਪਰ ਇੱਕ ਗੱਲ ਧਿਆਨ ਨਾਲ ਸਮਝਣ ਵਾਲੀ ਹੈ ਕਿ ਜਿਹੜਾ ਇਹ ਫੈਸਲਾ ਹੈਗਾ, ਇੱਕ ਡਿਪਾਰਟਮੈਂਟ ਹੈ ਮੈਡੀਕਲ ਐਜੂਕੇਸ਼ਨ ਰਿਸਰਚ, ਇੱਕ ਵੱਖਰੀ ਡਿਪਾਰਟਮੈਂਟ ਹੈ ਜਿਹਨੂੰ ਇੱਕ ਮੰਤਰੀ ਸਾਹਿਬਾਨ ਹੈਡ ਕਰਦੀ ਹੈ। ਐਕਸਪਰਟ ਕਮੇਟੀ ਨੇ ਆਪਦੀ ਰਿਕਮੈਂਡੇਸ਼ਨ ਦਿੱਤੀ ਉਸ ਡਿਪਾਰਟਮੈਂਟ ਨੂੰ, ਉਸ ਡਿਪਾਰਟਮੈਂਟ ਨੇ ਉਸ ਨੂੰ ਜਿਸ ਤਰ੍ਹਾਂ ਕਮੇਟੀ ਵੱਲੋਂ ਰਿਕਮੈਂਡੇਸ਼ਨ ਆਈ, ਉਹਨਾਂ ਦਾ ਸੁਝਾਅ ਆਇਆ, ਉਸ ਨੂੰ ਅਨਾਉਂਸ ਕੀਤਾ। ਜਿਸ ਤਰ੍ਹਾਂ ਹੀ ਸੀਐਮ ਸਾਹਿਬ ਦੇ ਨੋਟਿਸ ਦੇ ਵਿੱਚ ਆਇਆ ਕਿ ਇਸ ਕਿਸਮ ਦਾ ਇੱਕ ਫੈਸਲਾ ਜਿਹੜਾ ਹੈਗਾ ਉਹ ਅਨਾਉਂਸ ਕੀਤਾ ਗਿਆ ਹੈਗਾ, ਉਹਨਾਂ ਨੇ ਨਾਲ ਦੀ ਨਾਲ ਇਸ ਫੈਸਲੇ ਨੂੰ ਬਤੌਰ ਮੁੱਖ ਮੰਤਰੀ ਹੁੰਦਿਆਂ ਹੋਇਆਂ ਉਸ ਦੇ ਵਿੱਚ ਤਰਮੀਮ ਕਰ ਦਿੱਤੀ ਗਈ। ਤਰਮੀਮ ਇਹ ਹੀ ਹੋਈ ਕਿ ਜਿਹੜਾ ਇਹ ਜਿਹੜੀਆਂ ਗਵਰਨਮੈਂਟ ਸੇਵਾਵਾਂ ਜਿੱਥੇ ਅਸੀਂ ਮੁਫਤ ਦੇ ਰਹੇ ਹਾਂ ਉਹਦੇ ਨਾਲ ਜਿਹੜੇ ਪ੍ਰਾਈਵੇਟ ਇੰਸਟੀਚਿਊਟਸ ਵੀ ਜੇ ਪਲਾਜ਼ਮਾ ਲੈਣ ਲਈ ਆਉਣਗੇ ਉਹਨਾਂ ਨੂੰ ਵੀ ਇਹ ਜਿਹੜਾ ਪਲਾਜ਼ਮਾ ਹੈਗਾ ਮੁਫਤ ਦਿੱਤਾ ਜਾਊਗਾ। ਸੋ ਇੱਕ ਗੱਲ ਹੋਰ ਹੈ ਗੌਰਵ ਜੀ, ਨੁਕਤਾਚੀਨੀ ਆਪਾਂ ਕਿਸੇ ਚੀਜ਼ ਦੀ ਵੀ ਕਰ ਸਕਦੇ ਹਾਂ, ਪਰ ਦੇਖੋ ਸ਼ਲਾਘਾ ਵਾਲੀਆਂ ਗੱਲਾਂ ਵੀ ਬਹੁਤ ਹੈ। ਇਹ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਜਿਸ ਤਰੀਕੇ ਨਾਲ ਪਿਛਲੇ 7-8 ਮਹੀਨੇ ਤੋਂ ਇਸ ਲੜਾਈ ਜਿਹੜੀ ਇਹ ਮਹਾਮਾਰੀ ਹੈ ਲੜੀ ਹੈਗੀ ਔਰ ਜਿਸ ਤਰੀਕੇ ਨਾਲ ਸਾਰੀਆਂ ਪਾਰਟੀਆਂ ਨੇ ਸਹਿਯੋਗ ਵੀ ਦਿੱਤਾ ਹੈਗਾ। ਆਪਾਂ ਪੰਜਾਬ ਔਰ ਨਾਰਥ ਦੇ ਵਿੱਚ ਪੰਜਾਬ ਔਰ ਸਾਊਥ ਦੇ ਵਿੱਚ ਕੇਰਲਾ, ਜੇ ਅੱਜ ਲੇਟੈਸਟ ਤੁਸੀਂ ਜਿਹੜਾ ਮੈਗਜ਼ੀਨ ਆਉਂਦਾ ਵੀਕਲੀ ਇਕੋਨੋਮਿਸਟ ਕਰਕੇ ਮੈਗਜ਼ੀਨ ਆਉਂਦਾ ਉਹਦੇ ਵਿੱਚ ਪੜ੍ਹੋ ਤਾਂ ਇਹ ਦੋਨਾਂ ਰਾਜਾਂ ਦਾ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਹੈਗਾ ਕਿ ਇਹ ਦੋ ਰਾਜਾਂ ਨੇ ਬੜੇ ਅੱਛੇ ਤਰੀਕੇ ਨਾਲ ਇਸ ਮਹਾਮਾਰੀ ਨਾਲ ਲੜਾਈ ਕੀਤੀ ਹੈ। ਔਰ ਇਹ ਲੜਾਈ ਇੱਕ ਇਹੋ ਜਿਹੀ ਹੈ, ਤਰਮੀਮ ਦੀ ਗੱਲ ਕਰਦੇ ਹੋ, ਫੈਸਲਿਆਂ ਦੀ ਗੱਲ ਕਰਦੇ ਹੋ, ਆਪਾਂ ਲੌਕ ਕਰਨਾ ਸ਼ੁਰੂ ਕੀਤਾ, ਫਿਰ ਆਪਾਂ ਅਨਲੌਕ ਸ਼ੁਰੂ ਕੀਤਾ, ਫਿਰ ਉਹਦੇ ਵਿੱਚ ਚੀਜ਼ਾਂ ਚੇਂਜ ਕੀਤੀਆਂ। ਕੀ ਆਪਾਂ ਇਹਨਾਂ ਸਾਰਿਆਂ ਨੂੰ
ਇੱਕ ਨੁਕਤਾਚੀਨੀ ਦਾ ਜਾਂ ਇੱਕ ਕੰਟਰੋਵਰਸੀ ਦਾ ਹਿੱਸਾ ਬਣਾਵਾਂਗੇ। ਇਹ ਤਾਂ ਰੋਜ਼ ਹੀ ਜਿਸ ਤਰੀਕੇ ਨਾਲ ਇਸ ਬਿਮਾਰੀ ਬਾਰੇ ਪਤਾ ਚੱਲ ਰਿਹਾ ਹੈ ਜਾਂ ਇਸ ਬਿਮਾਰੀ ਨਾਲ ਲੜਨ ਦੇ ਬਾਰੇ ਸਮਝ ਆ ਰਹੀ ਹੈ, ਉਸੇ ਤਰੀਕੇ ਨਾਲ ਹੀ ਤਰਮੀਮਾਂ ਹੁੰਦੀਆਂ ਜਾਣੀਆਂ। ਨਹੀਂ ਸਰ, ਤਰਮੀਮਾਂ ਦੇ ਵਿੱਚ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੋ ਸਕਦੀ। ਮਾਨ ਸਾਹਿਬ, ਤੁਸੀਂ ਸੁਣਿਆ ਹੋਏਗਾ ਤਰਕ ਜੋ ਸੰਧੂ ਸਾਹਿਬ ਦੇ ਰਹੇ ਨੇ, ਤੁਸੀਂ ਉਸ ਦੇ ਨਾਲ ਸਹਿਮਤ ਹੋ? ਤੇ ਦੂਜਾ ਉਹ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਨੇ ਬੜੇ ਤਰੀਕੇ ਦੇ ਨਾਲ ਪੂਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਹੈ। ਨਾਰਥ ਦੇ ਵਿੱਚ ਪੂਰਾ ਨਾਰਥ ਅਸੀਂ ਦੇਖੀਏ ਤਾਂ ਪੰਜਾਬ ਅਕੋਰਡਿੰਗ ਟੂ ਸੰਧੂ ਸਾਹਿਬ, ਤੇ ਜੇ ਤੁਸੀਂ ਸਾਊਥ ਦੇ ਵਿੱਚ ਦੇਖੋ ਤਾਂ ਕੇਰਲਾ, ਯਾਨੀ ਕੇਰਲਾ ਤੇ ਪੰਜਾਬ ਨੂੰ ਕਹਿ ਰਹੇ ਨੇ ਕਿ ਅਜਿਹੇ ਦੋ ਸੂਬੇ ਨੇ ਜੋ ਸਭ ਤੋਂ ਜ਼ਿਆਦਾ ਕੰਟਰੋਲ ਕਰਨ ਦੇ ਵਿੱਚ ਕੋਵਿਡ ਨੂੰ ਕਾਮਯਾਬ ਰਹੇ ਨੇ। ਦਿੱਲੀ ਦੇ ਵਿੱਚ ਕੰਡੀਸ਼ਨ ਕੀ ਹੈ, ਇਹ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਹੈ। देखो गौरव जी, कैप्टन साहब अपने क्योंकि सीएम साहब के एडवाइजर ने, शायद इन्होंने डिसीजन मेकिंग ज्यादा पता होगा, पर ਅਸੀਂ ਕਿਉਂਕਿ ਅਸੀਂ ਵਿਰੋਧੀ ਧਿਰ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਸਾਡਾ ਅਸੀਂ ਕਪੂਰ ਦਾ ਕੰਮ ਕਰਦੇ ਹਾਂ। ਪਰ ਜਦੋਂ ਕਰੋਨਾ ਵਾਰੀਅਰਸ ਲਈ 50 ਲੱਖ ਰੁਪਏ ਦਾ ਅਨਾਉਂਸ ਹੋਇਆ ਕਿ ਜਿਹੜੇ ਫਰੰਟ ਤੇ ਲੜ ਰਹੇ ਨੇ ਕਰੋਨਾ ਯੋਧੇ, ਉਹਨਾਂ ਨੂੰ 50 ਲੱਖ ਰੁਪਏ ਦਿੱਤਾ ਜਾਊਗਾ, ਤਾਂ ਇੱਕ ਤੁਹਾਨੂੰ ਯਾਦ ਹੋਊਗਾ ਕਿ ਬੜਵਰ ਪਿੰਡ ਦਾ ਇੱਕ ਰੋਡਵੇਜ ਦੀ ਬੱਸ ਦਾ ਡਰਾਈਵਰ ਜਿਹਦੀ ਕਿ ਡਿਊਟੀ ਲੱਗੀ ਸੀਗੇ ਹਜੂਰ ਸਾਹਿਬ ਤੋਂ ਇਹ ਤੀਰਥ ਯਾਤਰੀ ਸਟਕ ਹੋ ਗਏ ਸੀ, ਉਹਨੂੰ ਲੈ ਕੇ ਆਉਣਾ, ਉਹਦੀ ਰਸਤੇ 'ਚ ਮੌਤ ਹੋ ਗਈ ਸੀ। ਉਹਦੇ ਵਾਸਤੇ ਸਾਨੂੰ ਮੈਂ ਵੀ ਮਨਜੀਤ ਸਿੰਘ ਹਾਂ ਨਾਂ ਦੀ ਮੁਹਿੰਮ ਚਲਾਉਣੀ ਪਈ ਤਾਂ ਕਿਤੇ ਜਾ ਕੇ ਉਹਦੇ ਲਈ 50 ਲੱਖ ਦਾ ਅਨਾਉਂਸਮੈਂਟ ਹੋਈ। ਮੈਂ ਤੁਹਾਡੀ ਗੱਲ ਨਾਲ ਵੀ ਬਿਲਕੁਲ ਸਹਿਮਤ ਕਿ ਇਹੋ ਜਿਹੇ ਫੈਸਲੇ ਲਈ ਕਿਉਂ ਜਾਂਦੇ ਨੇ ਕਿ ਵਿਰੋਧੀ ਪਾਰਟੀਆਂ ਨੂੰ ਕੋਈ ਕਰੋਨਾ ਵਰਗੀ ਬਿਮਾਰੀ ਮਹਾਮਾਰੀ ਜਿਹਦੇ ਵਿੱਚ ਅਸੀਂ ਸਰਕਾਰ ਦਾ ਸਹਿਯੋਗ ਕਰ ਰਹੇ ਹਾਂ, ਉਹਦੇ ਚੱਲਦੇ ਹੋਏ ਵੀ ਆਪਦੇ ਵਰਕਰਾਂ ਨੂੰ ਜਾਂ ਆਪਦੇ ਅਹੁਦੇਦਾਰਾਂ ਦੀ ਨੂੰ ਵੀ ਜ਼ਿੰਦਗੀ ਰਿਸਕ 'ਚ ਪਾਉਣੀਆਂ ਪੈਣ ਕਿ ਅੱਜ ਦੀ ਡੇਟ 'ਚ ਮੈਂ ਕਹਿੰਦਾ ਕਿ ਬੜਾ ਵਧੀਆ ਫੈਸਲਾ ਹੈ ਕੈਪਟਨ ਸਾਹਿਬ ਦਾ ਕਿ ਪਲਾਜ਼ਮਾ ਫ੍ਰੀ ਹੈ। ਜੇ ਕਿਤੇ ਸਕੂਲਾਂ ਦੀ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਫੀਸ ਹੈ ਉਹ ਵੀ ਕਿਤੇ ਮਾਫ ਕਰਾ ਦੇਣ ਤਾਂ ਸ਼ਾਇਦ ਮੇਰੇ ਖਿਆਲ 'ਚ ਪੇਰੈਂਟਸ ਨੂੰ ਵੀ ਬਾਹਰ ਨਿਕਲਣ ਦੀ ਅੱਜ ਦੇ ਇਹੋ ਜਿਹੇ ਮਾਹੌਲ ਦੇ ਵਿੱਚ ਲੋੜ ਨਹੀਂ ਹੈਗੀ, ਜਿੱਥੇ ਆਪਾਂ ਇੱਕ 5 ਤੋਂ ਉੱਪਰ ਕਹਿੰਦੇ ਬੰਦੇ ਦੀ ਇਕੱਠੇ ਕਰਦੇ ਤੇ ਮੰਗ ਵੀ ਨਹੀਂ ਦੇ ਸਕਦੇ। ਦੂਜੇ ਪਾਸੇ ਲੋਕਲ ਬੋਡੀ ਦੇ ਇਲੈਕਸ਼ਨ ਦੇ ਕਰਨਾ ਸੋ ਕਿਤੇ ਨਾ ਕਿਤੇ ਲੱਗਦਾ ਕਿ ਤਾਲਮੇਲ ਦੀ ਬਹੁਤ ਜੀ ਲੈਵਲ ਤੇ ਕਮੀ। ਠੀਕ ਹੈ ਮਾਨ ਸਾਹਿਬ, ਮੈਂ ਕਾਲੀਆ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ, ਪਰ ਉਸ ਤੋਂ ਪਹਿਲਾਂ ਇੱਕ ਸਵਾਲ ਹੈ। ਤੁਸੀਂ ਮੰਨਦੇ ਹੋ ਕਿ ਦਿੱਲੀ ਤੋਂ ਵੀ ਵਧੀਆ ਕੰਟਰੋਲ ਪੰਜਾਬ ਨੇ ਕਰ ਲਿਆ? ਕਿਉਂਕਿ ਕੇਸਿਸ ਤਾਂ ਪੰਜਾਬ 'ਚ ਬਹੁਤ ਨੇ ਦਿੱਲੀ ਦੇ ਕੰਪੇਅਰ ਅਸੀਂ ਕਰੀਏ, ਕਿਉਂਕਿ ਹਰ ਚੀਜ਼ ਨੂੰ ਕੰਪੇਅਰ ਕੀਤਾ ਜਾਂਦਾ ਨਾ ਦਿੱਲੀ ਦੇ ਨਾਲ। ਖਾਸ ਤੌਰ ਤੇ ਆਮ ਆਦਮੀ ਪਾਰਟੀ ਕਰਦੀ ਹੈ ਕਿ ਦਿੱਲੀ 'ਚ ਅਸੀਂ ਆਹ ਕਰ ਰਹੇ ਹਾਂ, ਦਿੱਲੀ 'ਚ ਅਸੀਂ ਪਲਾਜ਼ਮਾ ਦੇ ਕੋਈ ਪੈਸੇ ਨਹੀਂ ਲਏ, ਤੁਸੀਂ ਪੰਜਾਬ ਦੇ ਵਿੱਚ ਲੈ ਰਹੇ ਹੋ। ਦਿੱਲੀ ਦੇ ਵਿੱਚ ਟੈਸਟ ਕਿੰਨੇ ਕਿਸ ਲੈਵਲ ਤੇ ਹੋ ਰਹੇ ਨੇ ਔਰ ਦਿੱਲੀ ਦਾ ਰਿਕਵਰੀ ਰੇਟ ਇਸ ਵਕਤ 90% ਦੇ ਆਸ-ਪਾਸ ਆ ਗਿਆ। ਔਰ ਦਿੱਲੀ ਨੇ ਕਿੰਨਾ ਪ੍ਰਿਪੇਅਰ, ਕਿਉਂਕਿ ਦਿੱਲੀ ਜਿਹੜਾ ਸ਼ਹਿਰ ਹੈ ਉੱਥੇ ਪੂਰੇ ਇੰਡੀਆ ਤੋਂ ਆ ਕੇ ਲੋਕ ਵਸਦੇ ਨੇ, ਇੰਟਰਨੈਸ਼ਨਲ 에ਅਰਪੋਰਟ ਹੈ, ਪੂਰੀ ਦੁਨੀਆ ਤੋਂ ਜਿਹੜੇ ਡਿਗਨਿਟੀਜ਼ ਨੇ ਜਾਂ ਟਰੈਵਲਰਸ ਨੇ। ਇੱਥੇ ਕੀ ਹੈ, ਇੱਥੇ ਪਹਿਲਾਂ ਤਾਂ ਹਜੂਰ ਸਾਹਿਬ ਦੇ ਯਾਤਰੀਆਂ ਤੇ ਲਾਤਾ ਕਿ ਉਹਨਾਂ ਕਰਕੇ ਫੈਲ ਗਿਆ, ਉਦੋਂ ਪਹਿਲਾਂ NRI ਤੇ ਲਾਤਾ ਉਹਨਾਂ ਕਰਕੇ ਫੈਲ ਗਿਆ, ਹੁਣ ਕਹਿੰਦੇ ਜਿਹੜੇ ਦਿੱਲੀ ਤੋਂ ਆਉਂਦੇ ਨੇ ਉਹਨਾਂ ਕਰਕੇ। ਸੋ ਕਿਰਪਾ ਕਰਕੇ ਆਪ ਦੀ ਲਕੀਰ ਵੱਡੀ ਕਰੋ, ਦੂਜਿਆਂ ਦੀ ਲਕੀਰਾਂ ਛੋਟੀ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਮਹਾਮਾਰੀ ਦੌਰਾਨ ਸਵਾਲ ਇਸ ਕਰਕੇ ਵੀ ਸੀ, ਦੇਖੋ ਠੀਕ ਹੈ ਮੈਂ ਦਿੱਲੀ ਵਾਲਾ ਥੋੜਾ ਜਿਹਾ ਐਡ ਕਰ ਦਵਾਂ, ਮੈਂ ਉਸ ਤੋਂ ਬਾਅਦ ਰਿਐਕਸ਼ਨ ਲੈਣਾ। ਮੈਂ ਤੁਸੀਂ ਦਿੱਲੀ ਦਾ ਜ਼ਿਕਰ ਕਰ ਰਹੇ ਸੀ, ਦੇਖੋ ਦਿੱਲੀ ਦੇ ਉੱਤੇ ਦਿੱਲੀ 'ਚ ਵੀ ਇਲਜ਼ਾਮ ਲੱਗਦੇ ਨੇ ਕਿ ਪ੍ਰੀਪੇਅਰਨੈਸ ਨੂੰ ਲੈ ਕੇ ਜਿੰਨੇ ਮਰਜ਼ੀ ਦਾਅਵੇ ਕੀਤੇ ਹੋਣ, ਪਰ ਇੱਥੇ ਤੱਕ ਇਲਜ਼ਾਮ ਲੱਗੇ ਕਿ ਬੈੱਡ ਨਹੀਂ ਮਿਲ ਰਹੇ, ਲੋਕ ਹਸਪਤਾਲਾਂ ਤੋਂ ਦੂਜੇ ਹਸਪਤਾਲ ਘੁੰਮਦੇ ਰਹੇ, ਕੋਵਿਡ ਦੇ ਪੇਸ਼ੈਂਟ ਘੁੰਮਦੇ ਰਹੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਕਹਾਣੀਆਂ ਸਾਂਝੀਆਂ ਕਰਤੀਆਂ। ਮੈਂ ਦਿੱਲੀ ਦਾ ਜ਼ਿਕਰ ਕਰ ਰਿਹਾ, ਔਰ ਨਾਲ ਇਹ ਵੀ ਜ਼ਿਕਰ ਕਰ ਦਿੱਤਾ ਗਿਆ ਕਿ ਸ਼ਮਸ਼ਾਨ ਘਾਟ 'ਚ ਥਾਂ ਨਹੀਂ ਮਿਲ ਰਹੀ, 2-2 ਦਿਨ ਉੱਥੇ ਵੇਟਿੰਗ ਹੋਈ ਹੈ। ਬੜੇ ਸਾਰੇ ਇਲਜ਼ਾਮ ਲੱਗੇ ਨੇ, ਤਾਂ ਇਸ ਕਰਕੇ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਤਾਂ ਬਹੁਤ ਵਧੀਆ ਕੰਡੀਸ਼ਨ ਹੈ, ਬਹੁਤ ਵਧੀਆ ਤਰੀਕੇ ਨਾਲ ਅਸੀਂ ਹੈਂਡਲ ਕੀਤਾ ਸਭ ਕੁਝ। ਪੰਜਾਬ ਇੱਕ ਜਿਹਨੂੰ ਮੈਂ ਕਹਾਂ ਕਿ ਉਹ ਇੱਕ ਸਟੇਟ ਹੈ, ਆਪਣੇ ਫੈਸਲੇ ਆਪ ਲੈ ਸਕਦੀ ਹੈ। ਦਿੱਲੀ ਦੇ ਵਿੱਚ ਬਹੁਤ ਸਾਰੇ ਹਸਪੀਟਲ ਜਿਹੜੇ ਨੇ ਉਹ ਸੈਂਟਰ ਸਰਕਾਰ ਨਾਲ ਰਿਲੇਟਡ ਨੇ, ਏਮਸ ਹੋ ਗਿਆ ਜਾਂ ਤੁਸੀਂ ਕਹਿ ਲਓ ਕਿ ਜਿਹੜਾ ਆਪਣਾ ਜਿਹੜਾ ਸਰ ਗੰਗਾ ਰਾਮ ਹਸਪੀਟਲ ਹੈ ਜਾਂ ਕੁਝ ਹਸਪੀਟਲ ਜਿਹੜੇ ਨੇ ਉਹ ਜਿਵੇਂ ਡਾਕਟਰ ਰਾਮ ਮਨੋਹਰ ਲੋਹੀਆ ਹਸਪੀਟਲ ਸੈਂਟਰ ਸਰਕਾਰ ਨਾਲ ਰਿਲੇਟਡ ਨੇ। ਕਈ ਵਾਰੀ ਉੱਥੇ ਪਰ ਫਿਰ ਵੀ ਅਰਵਿੰਦ ਕੇਜਰੀਵਾਲ ਜੀ ਨੇ ਅਮਿਤ ਸ਼ਾਹ ਜੀ ਨਾਲ ਮੀਟਿੰਗ ਕਰਕੇ ਜੋ ਵੀ ਜਿਸ ਤਰ੍ਹਾਂ ਦੋਨੇ ਸੈਂਟਰ ਸਰਕਾਰ ਵੱਲੋਂ ਤੇ ਦਿੱਲੀ ਦੀ ਸਰਕਾਰ ਵੱਲੋਂ ਹੋਇਆ, ਸਾਡਾ ਮਕਸਦ ਇਸ ਵੇਲੇ ਕੋਈ ਸਿਆਸਤ ਕਰਨ ਦਾ ਨਹੀਂ, ਜਾਨ ਹੈ ਤਾਂ ਜਹਾਨ ਹੈ। ਜੇ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ, ਸਾਡੀਆਂ ਰਾਜਨੀਤੀਆਂ ਚੱਲਣਗੀਆਂ, ਅਸੀਂ ਰਾਜਨੀਤੀਆਂ ਕਰਾਂਗੇ। ਠੀਕ ਹੈ, ਮੈਂ ਸੰਧੂ ਸਾਹਿਬ ਤੋਂ ਰਿਐਕਸ਼ਨ ਲਵਾਂ, ਉਸ ਤੋਂ ਪਹਿਲਾਂ ਮੈਂ ਕਾਲੀਆ ਜੀ ਦਾ ਰੁਖ ਕਰਾਂਗਾ। ਕਾਲੀਆ ਸਾਹਿਬ, ਤਰਮੀਮਾਂ ਤਾਂ ਹੁੰਦੀਆਂ ਆਉਂਦੀਆਂ ਨੇ, ਸਰਕਾਰ ਦੇ ਇਸ ਪੂਰੇ ਦਾਅਵੇ 'ਚ ਤੁਹਾਨੂੰ ਦਮ ਨਹੀਂ ਨਜ਼ਰ ਆਉਂਦਾ
ਤੁਹਾਡੀ GST ਤੁਸੀਂ ਲਾਂਚ ਕੀਤਾ ਸੀ, GST ਨੂੰ ਲਾਗੂ ਕੀਤਾ, ਉਸ ਤੋਂ ਬਾਅਦ ਕਿੰਨੀਆਂ ਸਾਰੀਆਂ ਮੀਟਿੰਗਸ, ਕਿੰਨੀਆਂ ਤਰਮੀਮਾਂ, ਕਿੰਨੀਆਂ ਅਮੈਂਡਮੈਂਟਸ ਅਸੀਂ ਦੇਖ ਚੁੱਕੇ ਹਾਂ। ਤਾਂ ਸਰਕਾਰ ਦੇ ਤਰਕ 'ਚ ਤੁਹਾਨੂੰ ਦਮ ਨਜ਼ਰ ਆਉਂਦਾ ਹੈ ਕਿ ਜਿਵੇਂ ਜਿਵੇਂ ਹਾਲਾਤ ਨੇ ਉਸ ਤਰੀਕੇ ਨਾਲ ਅਸੀਂ ਤਰਮੀਮਾਂ ਕਰਦੇ ਗਏ, ਹਰ ਕੋਈ ਕਰਦਾ ਹੈ। ਮੈਂ GST ਦਾ ਜ਼ਿਕਰ ਵੀ ਇਸ ਕਰਕੇ ਕਰ ਰਿਹਾ। देखो ऐसा है कि जी कैप्टन संधू उन्होंने गल की कि तरमीम की है, तरमीम नहीं है। एक तरह निर्णय तो बिल्कुल ठीक है, लेकिन इनू एक तरह के तालमेल की कमी नू कज्या गया, कैप्टन साहब ने कज्या है। क्योंकि देखो जो डॉक्टर के तरवार है, फॉर्मर डायरैक्टर PGI, वो एडवाइजर टू द गवर्नमेंट ऑन हैल्थ है। सो उन्होंने काम एडवाइस करना, ना कि निर्णय घोषित करना। और फिर उस तो बाद तुसी ये देखो कि वो निर्णय घोषित करते हैं, तो उस तो बाद हैल्थ मिनिस्टर अपने बलबीर सिद्धू ने तुहाडे प्रोग्राम के शुरू होने ते कहंदे सीगे कि भी असीं 20,000 रुपया पर यूनिट जिहड़ा चार्ज कर रहे हैं। ਇਹਦਾ मतलब यह हैगा कि मुख्यमंत्री उन्हों का लिता हुआ डिसीजन हाले तक हैल्थ मिनिस्टर को नहीं पहुंचा। तो सवाल इस गल का है कि कई गल्लां जिहड़ियां हैगी जिथे तालमेल की कमी हैगी, क्योंकि अज महामारी नाल लड़ाई लड़ रहे हैं। ਅਸੀਂ ਜਦੋਂ ਇੱਕ ਗਲਤੀ ਕਰਾਂਗੇ ਉਹਦਾ ਖਮਿਆਜ਼ਾ ਬਹੁਤ ਵੱਡਾ ਭੁਗਤਣਾ ਪੈਂਦਾ। ਤੁਸੀਂ ਦੇਖੋ ਹੈਲਥ ਵਰਕਰਸ ਨੂੰ ਉਹਨਾਂ ਨੇ ਸਰਵੇ ਤੇ ਲਗਾਇਆ, ਫਿਰ ਕਿਹਾ ਕਿ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਨਹੀਂ ਦੇਖੋ, ਤੁਸੀਂ ਤਾਲਮੇਲ ਦਾ ਜ਼ਿਕਰ ਕੀਤਾ ਨਾ, ਮੈਨੂੰ ਸਵਾਲ ਇਸ ਕਰਕੇ ਪੁੱਛਣਾ ਪੈ ਰਿਹਾ, ਤੁਸੀਂ ਤਾਲਮੇਲ ਦਾ ਜ਼ਿਕਰ ਕੀਤਾ ਨਹੀਂ। ਦੇਖੋ ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਤਾਂ ਸਾਡਾ ਸੁਣਦੀ ਹੋ ਨਹੀਂ, ਸੈਂਟਰ ਨੇ ਸਾਡੀ ਕੋਈ ਮਦਦ ਹੀ ਨਹੀਂ ਕੀਤੀ। ਖਾਸ ਤੌਰ ਤੇ ਕਰੋਨਾ ਦੇ ਇਸ ਕਾਲ ਦੇ ਵਿੱਚ ਅਸੀਂ ਕਈ ਵਾਰ ਕਹਿ ਕੇ ਕਿਹਾ ਕਿ ਸਾਨੂੰ ਇੰਨਾ ਪੈਕੇਜ ਚਾਹੀਦਾ, ਕੋਈ ਗੱਲ ਹੀ ਨਹੀਂ ਸੁਣਦੇ। ਬਿਹਾਰ ਦਾ ਜ਼ਿਕਰ ਹੁੰਦਾ ਕਿ ਬਿਹਾਰ 'ਚ ਇਲੈਕਸ਼ਨ ਹੈ, ਬਸ ਬਿਹਾਰ ਦਾ ਜ਼ਿਕਰ ਹੋ ਰਿਹਾ ਹੈ। ਇਲਜ਼ਾਮ ਲਗਾਉਂਦੀ ਹੈ ਸਰ ਪੰਜਾਬ ਸਰਕਾਰ, ਕਾਂਗਰਸ ਇਲਜ਼ਾਮ ਲਗਾਉਂਦੀ ਹੈ ਕਿ ਨਹੀਂ ਕੇਂਦਰ ਦੀ ਸਰਕਾਰ ਪੰਜਾਬ ਦੀ ਸੁਣ ਰਹੀ। देखो गल यह है कि भी जो डिजास्टर रिलीफ फंड से 6,000 करोड़ रुपया पिया वो प्रॉपरली खर्चा नहीं गया, वो केंद्र सरकार ने दिता। फिर जो फूड ग्रेन आया, तुसी देखो कि भी वो भी प्रॉपर जोड़ा है आम जनता तक नहीं पुज्या, तो जो लोगों को गरीबों को चाहिए सी उन्होंने पुज्या। और भारतीय जनता पार्टी ने ये है एक दिन का उपवास भी रखा जो लॉकडाउन सेगा। फिर उदों साडे केंद्र के जोड़े है अपने फूड सप्लाई मिनिस्टर रामविलास पासवान उन्होंने जोड़ा है इस गल का जो बयान दिता कि सारा 1% जोड़ा है 1 महीने बाद सारा डिस्ट्रीब्यूशन हुई है। सो जी चीज़ हैल्प मिली है इन्होंने वो प्रॉपरली जोड़ा है खर्चते नहीं। हुण मैं गल करा कि बठिंडा थर्मल पावर प्लांट सिर्फ तालमेल करके उस दे उत्ते गया सी जेड़ा तुसीं जिक्र कीता, फिर उत्थे डिबेट आ जांदी है, इस दे उत्ते भी सो इसलिए ਜਿਹੜੀ ਚੀਜ਼ ਜਿਹੜੀ ਹੈਗੀ ਹੈ ਮਿਲਦੀ ਪਈ ਹੈ ਉਹਦਾ ਤੇ ਪੂਰੀ ਤਰ੍ਹਾਂ ਸਾਂਭ ਨਹੀਂ ਸਕਦੇ। ਹੁਣ ਸਵਾਲ ਹੈ ਕਿ ਤਾਲਮੇਲ ਜਿਹੜਾ ਹੈਗਾ ਇਹਨਾਂ ਦੀ ਕਮੀ ਰਹੀ ਹੈਗੀ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਦੇਖੋ ਹੁਣ ਦੋ ਬੰਦੇ 3 ਵੀਲਰ ਦੇ ਉੱਤੇ ਕਿ ਜੀ ਜੇ ਵੱਧ ਹੋਣਗੇ ਤੇ ਠੀਕ ਹੈ ਮੈਂ ਤੁਹਾਡੇ ਕੋਲ ਸਰ ਵਾਪਸ ਆਉਂਗਾ, ਮੈਂ ਇੱਕ ਸੰਦੀਪ ਜੀ ਦਾ ਰਿਐਕਸ਼ਨ ਲੈਣਾ। ਠੀਕ ਹੈ ਸਰ, ਉਸ ਮੁੱਦੇ ਦੇ ਉੱਤੇ ਨਾ ਜਾਈਏ, ਉਹ ਡਿਬੇਟ ਦਾ ਟੌਪਿਕ ਅਲੱਗ ਤੋਂ ਹੈਗਾ। ਮੈਂ ਸਿਰਫ ਪਲਾਜ਼ਮਾ ਦੇ ਉੱਤੇ ਰਹੂੰਗਾ, ਉਸ ਨੀਤੀਆਂ ਦਾ ਆਪਾਂ ਜ਼ਿਕਰ ਕਰ ਰਹੇ। ਮੈਂ ਆਉਂਗਾ ਤੁਹਾਡੇ ਕੋਲ ਵਾਪਸ। संधू साहब, मैं मान साहब ਤੁਹਾਡੇ ਕੋਲ ਵੀ ਆ ਰਹੇ ਹਾਂ। ਸੰਧੂ ਸਾਹਿਬ ਜੋ ਜ਼ਿਕਰ ਕਰ ਰਹੇ ਸੀ ਭਗਵੰਤ ਮਾਨ ਹੋਰੀ ਵੀ, ਇੱਕ ਤਾਂ ਤਾਲਮੇਲ ਦੀ ਕਮੀ ਦਾ ਜ਼ਿਕਰ ਹੋ ਰਿਹਾ, ਦੂਜਾ ਭਗਵੰਤ ਮਾਨ ਹੋਰੀ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਤੁਸੀਂ ਪੰਜਾਬ ਤੇ ਦਿੱਲੀ ਨੂੰ ਕਿਵੇਂ ਕੰਪੇਅਰ ਕਰ ਸਕਦੇ ਹੋ। ਇੰਟਰਨੈਸ਼ਨਲ 에ਅਰਪੋਰਟ ਹੈ, ਕੇਂਦਰ ਦੇ ਕੋਲ ਸਾਰੀਆਂ ਸ਼ਕਤੀਆਂ ਨੇ, ਇੱਕ ਸਟੇਟ ਜਿਵੇਂ ਮੁਕੰਮਲ ਪੰਜਾਬ ਹੈਗੀ ਹੈ ਸਾਰੀਆਂ ਸ਼ਕਤੀਆਂ ਦੇ ਨਾਲ, ਉਵੇਂ ਦਿੱਲੀ ਨਹੀਂ ਹੈ। ਤੇ ਤੁਸੀਂ ਕੰਪੇਅਰ ਕਰ ਰਹੇ ਹੋ ਕਿ ਦਿੱਲੀ ਦੇ ਵਿੱਚ ਆ ਹੋਇਆ ਜਾਂ ਦਿੱਲੀ ਇਸ ਸਮੇਂ ਕਰੋਨਾ ਨੂੰ ਨਹੀਂ ਉਸ ਤਰੀਕੇ ਨਾਲ ਹੈਂਡਲ ਕਰ ਪਾਈ, ਜਾਂ ਕਹੀਏ ਕਿ ਨਾਰਥ ਇੰਡੀਆ ਦੇ ਵਿੱਚ ਪੰਜਾਬ ਸਭ ਤੋਂ ਮੋਹਰੀ ਹੈ। ਗੌਰਵ ਜੀ, ਮੈਂ ਤੁਸੀਂ ਦੇਖੋ ਜਦੋਂ ਵੀ ਤੁਹਾਡੀ ਡਿਬੇਟ 'ਚ ਆਇਆ ਔਰ ਜਦੋਂ ਵੀ ਕਿਤੇ ਆਪਾਂ ਮਹਾਮਾਰੀ ਤੇ ਡਿਸਕਸ਼ਨ ਕੀਤੀ ਹੈ, ਮੈਂ ਤਕਰੀਬਨ ਗੁਰੇਜ਼ ਕੀਤਾ ਹੈਗਾ ਇਸ ਇਸ਼ੂ ਨੂੰ ਕਿਸੇ ਹੋਰ ਸਟੇਟ ਬਾਰੇ ਮਾੜਾ ਬੋਲਣ ਬਾਰੇ ਜਾਂ ਕੁਝ ਕਹਿਣ ਬਾਰੇ। ਮੈਂ ਜ਼ਿਕਰ ਕੀਤਾ ਇੱਕ ਮੈਗਜ਼ੀਨ ਦਾ ਜਿਹਦੀ ਰਿਪੋਰਟਿੰਗ ਮੈਂ ਤੁਹਾਨੂੰ ਦੱਸੀ ਆ, ਉਹ ਰਿਪੋਰਟਿੰਗ ਸਭ ਦੇ ਸਾਹਮਣੇ ਹੈ। ਮੈਂ ਉਸ ਦਾ ਜ਼ਿਕਰ ਕੀਤਾ ਵੀ ਉਹਦੇ ਵਿੱਚ ਪੰਜਾਬ ਦਾ ਤੇ ਕੇਰਲਾ ਦਾ ਜ਼ਿਕਰ ਆਇਆ। ਮੈਂ ਦਿੱਲੀ ਨੂੰ ਨਾ ਚੰਗਾ ਕਿਹਾ ਨਾ ਮੈਂ ਮਾੜਾ ਕਿਹਾ। ਉਹ ਗੱਲਾਂ ਜੇ ਆਪਾਂ ਕਰਨ ਲੱਗ ਪਈਏ ਗੱਲਾਂ ਤਾਂ ਕਿਤੇ ਖਤਮ ਨਹੀਂ ਹੁੰਦੀਆਂ ਗੌਰਵ ਜੀ। ਅੱਜ ਦੇ ਦਿਨ ਦੇ ਵਿੱਚ ਜਦੋਂ ਤੋਂ ਮਹਾਮਾਰੀ ਸ਼ੁਰੂ ਹੋਈ ਹੈ, ਪੰਜਾਬ ਦੇ ਵਿੱਚ ਕੋਈ 360 ਦੇ ਆਸ-ਪਾਸ ਲੋਕ ਹੈ ਜਿਹੜੇ ਵਿਚਾਰੇ ਆਪਦੀ ਜ਼ਿੰਦਗੀ ਉਹਨਾਂ ਦੀ ਚਲੀ ਗਈ। ਉਹ ਜੇ ਆਪਾਂ ਦਿੱਲੀ ਕੰਪੇਅਰ ਕਰੀਏ ਉਹ 4000 ਤੋਂ ਉੱਤੇ ਚਲੇ ਗਏ ਆ। ਪਰ ਇਹ ਸਮਾਂ ਹੈ ਕਿ ਆਪਾਂ ਇਸ ਕਿਸਮ ਦਾ ਕੋਈ ਸਟੇਟ ਉਹ ਆਪਦੀ ਲੜਾਈ ਲੜ ਰਹੇ ਹੈ, ਉਹ ਆਪਦੀ ਕੋਸ਼ਿਸ਼ ਕਰ ਰਹੇ ਹੈ, ਉਹਨਾਂ ਦੀਆਂ ਆਪਦੀਆਂ ਜਿਵੇਂ ਮਾਨ ਸਾਹਿਬ ਨੇ ਕਿਹਾ ਉਹਨਾਂ ਦੀਆਂ ਕੋਈ ਲਿਮਿਟੇਸ਼ਨਸ ਹੋ ਸਕਦੀਆਂ। ਮੈਂ ਤਾਂ ਉਸ ਪਾਸ ਜੇ ਆਪਾਂ ਕਿਸੇ ਨੂੰ ਕਹੀਏ ਵੀ ਉਹ ਕੇਂਦਰ ਦੇ ਥੱਲੇ ਹੈ ਤਾਂ ਜਿਸ ਕਿਸਮ ਦੀਆਂ ਫੈਸਿਲਿਟੀਜ਼ ਉੱਥੇ ਕਾਮਨ ਮੈਨ ਨੂੰ ਕੋਈ ਰੋਕਤਾ ਨਹੀਂ ਨਾ ਰਿਹਾ ਜਾਣ ਤੋਂ, ਜਾਂ ਏਮਸ ਵਰਗਾ ਹਸਪੀਟਲ ਹੈ ਜਾਂ ਜਿਹੜਾ ਰਾਮ ਮਨੋਹਰ ਲੋਹੀਆ ਹਸਪੀਟਲ ਬਾਰੇ ਜ਼ਿਕਰ ਕੀਤਾ ਮਾਨ ਸਾਹਿਬ ਨੇ, ਜਿਹੜੀਆਂ ਫੈਸਿਲਿਟੀਜ਼ ਉਸ ਦੀਆਂ ਵਰਲਡ ਕਲਾਸ ਫੈਸਿਲਿਟੀਜ਼ ਅਵੇਲੇਬਲ ਹੈ। ਪਰ ਮੈਂ ਫਿਰ ਇਸ ਗਣਿਤ ਜਾਂ ਇਸ ਡਿਬੇਟ 'ਚ ਨਹੀਂ ਆਉਣਾ ਚਾਹੁੰਦਾ ਕਿ ਜੀ ਫਲਾਨੀ। ਮੈਂ ਤਾਂ ਸਿਰਫ ਇੱਕ ਜ਼ਿਕਰ ਕੀਤਾ ਜੋ ਇੱਕ ਮੈਗਜ਼ੀਨ ਨੇ ਕਿਹਾ
ਕਿ ਪੰਜਾਬ ਨੇ ਇਸ ਤਰੀਕੇ ਦੀ ਲੜਾਈ ਲੜੀ ਹੈ ਕੇਰਲਾ ਦੇ ਦੇਖੋ ਜਦੋਂ ਜ਼ਿਕਰ ਹੁੰਦਾ ਸੰਧੂ ਸਾਹਿਬ ਤੁਸੀਂ ਵੀ ਬਖੂਬੀ ਸਮਝਦੇ ਹੋ ਫਿਰ ਕੰਪੈਰੀਜ਼ਨ ਤਾਂ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ। ਮਾਨ ਸਾਹਿਬ ਕੁਝ ਕਹਿ ਜੀ ਗੌਰਵ ਜੀ ਦੂਸਰੀ ਗੱਲ ਮਾਨ ਸਾਹਿਬ ਨੇ ਇਲੈਕਸ਼ਨਸ ਬਾਰੇ ਕੀਤਾ ਲੋਕਲ ਬਾਡੀਜ਼ ਦੇ। ਦੇਖੋ ਕਨਸਟੀਟਿਊਸ਼ਨਲੀ ਜੋ ਲਾਅ ਮੁਤਾਬਿਕ ਹੈ ਉਸ ਨੂੰ ਲੈ ਕੇ ਅਨਾਉਂਸਮੈਂਟ ਹੋਈ, ਪਰ ਬਾਈ ਇਲੈਕਸ਼ਨਾਂ ਚੱਲ ਰਹੀਆਂ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੈਗਾ ਜਿਹੜਾ ਇਹ ਪ੍ਰਕਿਰਿਆ ਹੈਗੀ ਹੈ ਜਾਂ ਜਿਹੜੀ ਅਨਲੌਕ ਦੀ ਡਿਸੀਜਨਸ ਹੈਗੀਆਂ ਜਾਂ ਜਿਸ ਤਰੀਕੇ ਨਾਲ ਆਪਣਾ ਜਿਹੜਾ ਆਮ ਜੀਵਨ ਹੈ ਉਹਨੂੰ ਆਪਾਂ ਕਰੋਨਾ ਨੂੰ ਵਿੱਚ ਪਾ ਕੇ ਆਪਾਂ ਆਪਦਾ ਹੁਣ ਜੀਵਨ ਸ਼ੁਰੂ ਕਰ ਲਿਆ ਹੈਗਾ, ਇਹ ਸਾਰੀਆਂ ਉਹਨਾਂ ਚੀਜ਼ਾਂ ਦਾ ਹਿੱਸਾ ਹੈਗੀਆਂ। ਇਹ ਜਿਵੇਂ ਆਪਾਂ ਪਹਿਲਾਂ ਕਿੱਥੋਂ ਸ਼ੁਰੂ ਕੀਤਾ ਕਰਫਿਊ ਤੋਂ, ਅੱਜ ਆਪਾਂ ਇਸ ਡਿਸੀਜਨ ਤੇ ਆ ਗਏ ਵੀ ਅੱਗੇ ਆਪਾਂ ਹੁਣ ਸਿਨੇਮਾ ਹਾਲਸ ਵੀ ਖੋਲ ਦੇਣੇ ਆ, ਜਿਮਸ ਵੀ ਖੋਲ ਦੇਣੇ ਆ। ਉਸ ਦੇ ਵਿੱਚ ਕੋਈ ਦੋ ਰਾਏ ਨਹੀਂ, ਸਵਾਲ ਤਾਂ ਲੋਕ ਇਸ ਕਰਕੇ ਵੀ ਚੁੱਕਦੇ ਨੇ ਕਿ ਤੁਸੀਂ ਐਜੂਕੇਸ਼ਨ ਨੂੰ ਬਹਾਲ ਕਰਨ ਤੋਂ ਪਹਿਲਾਂ ਇਲੈਕਸ਼ਨ ਦੇ ਵੱਲ ਜਾ ਰਹੇ ਹੋ, ਤਾਂ ਉਸ ਕਰਕੇ ਵੀ ਸਵਾਲ ਹੈ। ਮਾਨ ਸਾਹਿਬ ਕੁਝ ਕਹਿਣਾ ਚਾਹ ਰਹੇ, ਮਾਨ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ? ਗੌਰਵ ਜੀ ਇੱਕ ਮਿੰਟ ਜੀ ਸੰਧੂ ਸਾਹਿਬ ਇੱਕ ਰਿਐਕਸ਼ਨ ਲੈ ਲਈ ਜੀ ਮਾਨ ਸਾਹਿਬ। ਮੈਂ ਨਹੀਂ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਜਿਸ ਵੇਲੇ ਤੁਸੀਂ ਬ੍ਰੇਕ ਦੇ ਵਿੱਚ ਸੀਗੇ ਤੇ ਮੈਂ ਆਪਣੀ ਕੋਰ ਕਮੇਟੀ ਨਾਲ ਤੇ ਸਾਰੀ ਟੀਮ ਨਾਲ ਗੱਲ ਕੀਤੀ ਕਿ ਅਸੀਂ ਕੱਲ ਦੇ ਜਿਹੜੇ ਹਰ ਹਲਕੇ ਦੇ ਵਿੱਚ ਜਿਹੜਾ ਪਲਾਜ਼ਮਾ ਦਾ ਜਿਹੜਾ ਵੇਚਣ ਦਾ ਜਿਹੜਾ ਸੀਗਾ ਉਹਦਾ ਰੋਸ ਪ੍ਰਦਰਸ਼ਨ ਜਿਹੜੇ ਅਸੀਂ ਸਾਰੇ ਆਪਣੇ ਉਹ ਕੈਂਸਲ ਕਰਤੇ। ਠੀਕ ਹੈ, ਸਰਕਾਰ ਨੇ ਫੈਸਲਾ ਹੀ ਲਿਆ। ਪਰ ਮੈਂ ਕੈਪਟਨ ਸੰਧੂ ਸਾਹਿਬ ਨੂੰ ਚਾਹੁੰਦਾ ਕਿ ਭਵਿੱਖ ਦੇ ਵਿੱਚ ਕਿਰਪਾ ਕਰਕੇ ਇਸ ਤਰ੍ਹਾਂ ਦੇ ਸੈਂਸਿਟਿਵ ਇਸ਼ੂਜ਼ ਤੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਜਿਹੜੇ ਫੈਸਲੇ ਨੇ ਉਹ ਇੱਕੋ ਜਗ੍ਹਾ ਤੋਂ ਜ਼ਿਆਦਾ ਬਿਹਤਰ ਹੈ, ਬਜਾਏ ਇਸ ਦੇ ਕਿ ਹੈਲਥ ਡਾਇਰੈਕਟਰ ਕੁਝ ਹੋਰ ਕਹਿ ਰਿਹਾ ਹੈ, ਹੈਲਥ ਮਿਨਿਸਟਰ ਕੁਝ ਹੋਰ ਕਹਿ ਰਿਹਾ ਹੈ, ਮੁੱਖ ਮੰਤਰੀ ਸਾਹਿਬ ਨੂੰ ਫਿਰ ਰੋਲ ਬੈਕ ਕਰਨਾ ਪੈ ਰਿਹਾ। ਸੋ ਅਸੀਂ ਕੱਲ ਦੇ ਜਿਹੜੇ ਸਾਰੇ ਜਿਹੜੇ ਧਰਨੇ ਸੀ ਉਹ ਕੈਂਸਲ ਕਰ ਦਿੱਤੇ ਨੇ, ਪਰ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਹੋਰ ਵੀ ਵਧੀਆ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਹਿਯੋਗ ਕਰਨ ਨੂੰ ਤਿਆਰ ਹਾਂ, ਜਿਸ ਮਰਜ਼ੀ ਲੈਵਲ ਤੇ ਚਾਹੇ ਹੋਵੇ। ਮੈਂ ਖੁਦ ਆਪਣੇ ਮੇਰੇ ਕੋਲ ਪੁਰਾਣਾ ਪਿਆ ਸੀ, ਉਹ ਚੋਂ 21 ਲੱਖ ਰੁਪਏ ਦਾ ਆਕਸੀਜਨ ਸਿਲੰਡਰ, ਪੀਪੀ ਕਿੱਟ ਤੇ ਹੋਰ ਇਕਵਿਪਮੈਂਟ ਮੈਂ ਆਪਣੀ ਡੀਸੀ ਨੂੰ ਜਾਰੀ ਕੀਤਾ। ਸੋ ਇਹ ਲੜਾਈ ਜਿਹੜੀ ਹੈ ਸੱਤਾ ਦੀ ਲੜਾਈ ਹੈ, ਕਿਸੇ ਪਾਰਟੀ ਦੀ ਜਾਂ ਕਿਸੇ ਪੋਲੀਟਿਕਲ ਰਾਜਨੀਤੀ ਦੀ ਲੜਾਈ ਨਹੀਂ। ਜੋ ਅਸੀਂ ਕੱਲ ਦੇ ਜਿਹੜੇ ਧਰਨੇ ਨੇ ਉਹ ਕੈਂਸਲ ਕਰਦੇ ਆ, ਪਰ ਸਵਾਗਤ ਕਰਦੇ ਆ, ਪਰ ਨਾਲ ਇਹ ਕਹਿੰਦੇ ਵੀ ਆ ਕਿ ਜਦੋਂ ਵੀ ਕਦੇ ਭਵਿੱਖ 'ਚ ਫੈਸਲਾ ਲਵਾਂਗੇ, ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਫੈਸਲਿਆਂ ਤੇ ਬਾਜ਼ ਅੱਖ ਰੱਖੀ ਹੋਈ ਹੈ। ਕੋਈ ਵੀ ਫੈਸਲਾ ਲੋਕ ਵਿਰੋਧੀ ਹੋਊਗਾ ਤਾਂ ਅਸੀਂ ਧਰਨੇ ਵੀ ਦੇਵਾਂਗੇ, ਉਤਰਾਂਗੇ, ਜਿੱਥੇ ਵੀ ਸਾਨੂੰ ਵਿਰੋਧ ਕਰਨਾ ਪਿਆ ਕਰਾਂਗੇ। ਠੀਕ ਹੈ ਮਾਨ ਸਾਹਿਬ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਕਾਲੀਆ ਜੀ ਤੁਹਾਡਾ ਵੀ ਧੰਨਵਾਦ। ਸੰਧੂ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਮੇਰੇ ਕੋਲ ਸਮੇਂ ਦੀ ਕਮੀ ਹੈ, ਮੈਂ ਤੁਹਾਡੇ ਕੋਲ ਆਖਰੀ ਰਿਐਕਸ਼ਨ ਨਹੀਂ ਲੈ ਪਾਵਾਂਗਾ। ਧੰਨਵਾਦ ਤੁਹਾਡਾ ਵੀ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਦਰਅਸਲ ਇਹ ਚਰਚਾ ਇਸ ਕਰਕੇ ਵੀ ਹੋਣੀ ਜ਼ਰੂਰੀ ਸੀ ਕਿਉਂਕਿ ਆਮ ਲੋਕਾਂ ਦੇ ਨਾਲ ਸਿੱਧਾ ਜੁੜੀ ਹੋਈ ਹੈ। ਸਰਕਾਰ ਨੇ ਫੈਸਲਾ ਲਿਆ, ਉਸ ਦਾ ਸਵਾਗਤ ਕੀਤਾ ਜਾ ਰਿਹਾ ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਫੈਸਲਾ ਲਿਆ ਗਿਆ ਕਿ ਜਿਹੜੇ ਸ਼ੁੱਕਰਵਾਰ ਨੂੰ 117 ਹਲਕਿਆਂ ਦੇ ਵਿੱਚ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ, ਉਹ ਧਰਨੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ। ਸਾਡੀ ਇਸ ਚਰਚਾ ਦੇ ਵਿੱਚ ਭਗਵੰਤ ਮਾਨ ਹੋਰੀ ਖੁਦ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਸ਼ੁੱਕਰਵਾਰ ਨੂੰ ਜਿਹੜੇ ਧਰਨੇ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਸੀ ਪਲਾਜ਼ਮਾ ਦੀ ਵਿਕਰੀ ਨੂੰ ਲੈ ਕੇ, ਉਹ ਅਸੀਂ ਹੁਣ ਧਰਨੇ ਪ੍ਰਦਰਸ਼ਨ ਨਹੀਂ ਕਰਾਂਗੇ, ਅਸੀਂ ਉਹ ਆਪਣੇ ਪ੍ਰਦਰਸ਼ਨ ਨੂੰ ਮੁਲਤਵੀ ਕਰ ਰਹੇ ਹਾਂ। ਤੇ ਉਹਨਾਂ ਨੇ ਇਹ ਵੀ ਜ਼ਰੂਰ ਕਹਿ ਰਹੇ ਨੇ, ਵਿਰੋਧੀ ਦਾ ਸਵਾਲ ਚੁੱਕੀ ਰਹੇ ਨੇ ਕਿ ਆਖਿਰ ਜਦੋਂ ਸਟ੍ਰੈਟਜੀ ਬਣਾਈ ਜਾਂਦੀ ਹੈ ਤਾਂ ਉਸ ਸਮੇਂ ਸਾਰੇ ਜਿਹੜੇ ਵੀ ਸਟੇਕ ਹੋਲਡਰਸ ਹੁੰਦੇ ਨੇ ਉਹ ਇੱਕ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰਕੇ ਡਿਸੀਜਨ ਲੈਣ ਤਾਂ ਜ਼ਿਆਦਾ ਬੈਟਰ ਹੋਏਗਾ। ਖੈਰ ਲਾਜ਼ਮੀ ਤੌਰ ਤੇ ਇਸ ਦੇ ਉੱਤੇ ਤਾਂ ਚਰਚਾ ਵਾਕਈ ਹੋਣੀ ਚਾਹੀਦੀ ਹੈ ਕਿ ਤਾਲਮੇਲ ਕੀ ਸਰਕਾਰ ਦੇ ਨੁਮਾਇੰਦਿਆਂ ਦੇ ਵਿੱਚ ਨਹੀਂ ਹੈ, ਜੇ ਹੈ ਤਾਂ ਕਿ ਵਿਰੋਧੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉਸ ਤੋਂ ਬਾਅਦ ਇਹ ਡਿਸੀਜਨ ਰੋਲ ਬੈਕ ਕਰਨਾ ਪਿਆ। ਖੈਰ ਸਵਾਲ ਬਹੁਤ ਸਾਰੇ ਨੇ, ਪਰ ਇਸ ਵਿਚਾਲੇ ਚੰਗੀ ਖਬਰ ਇਹੀ ਹੈ ਕਿ ਪਲਾਜ਼ਮਾ ਦੇ ਲਈ ਚਾਹੇ ਤੁਸੀਂ ਪ੍ਰਾਈਵੇਟ ਹਸਪੀਟਲ ਚੋਂ ਚਾਹੇ ਤੁਸੀਂ ਸਰਕਾਰੀ ਹਸਪੀਟਲ ਚੋਂ, ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਹੋਵੇਗਾ।